Hello plus 2 class. Today I am going to start new chapter that is infrastructure. This chapter focus on the role of infrastructure in economic development. It highlights the principal challenges India faces in the field of economic and social infrastructure, considering energy and health as the critical component of economic infrastructure and social infrastructure respectively. Now the question arises, what is infrastructure? It is the support system of the economic and social development of the country. ਸਾਡੇ ਕੋਲੇ ਇਨਫਰਾਸਟ੍ਰਕਚਰ ਹੈ ਜਿਹੜਾ ਸੋਸ਼ਲ ਤੇ ਇਕਨੋਮਿਕ ਡਿਵੈਲਪਮੈਂਟ। ਸੋਸ਼ਲ ਮੀਨਸ ਸੋਸਾਇਟੀ ਸਾਡੀ ਲਾਈਫ ਸਟੈਂਡਰਡ ਜਿਹੜਾ ਹੁੰਦਾ ਹੈ। ਇਕਨੋਮਿਕ ਮੀਨਸ ਸਾਡੀ ਇਕੋਨਮੀ ਕਿਸ ਤਰੀਕੇ ਦੇ ਨਾਲ ਐਨਰਜੀ ਹੋ ਗਿਆ, ਟਰਾਂਸਪੋਰਟੇਸ਼ਨ, ਕਮਿਊਨੀਕੇਸ਼ਨ ਉਹਦੇ ਬੇਸਿਸ ਦੇ ਉੱਤੇ ਕੰਮ ਕਰਦੀ ਹੈ। ਨਾਓ here they have given, imagine life in the absence of the means of transportation and communication. ਐਜੂਕੇਸ਼ਨ ਨਹੀਂ ਹੈ ਤੁਹਾਡੇ ਕੋਲ, ਹੈਲਥ ਫੈਸਿਲਿਟੀਜ਼ ਨਹੀਂ ਹੈ, ਇਲੈਕਟ੍ਰੀਸਿਟੀ ਨਹੀਂ ਹੈ, ਆਇਲ ਨਹੀਂ ਹੈ, ਡੀਜ਼ਲ ਨਹੀਂ ਹੈ, ਤਾਂ ਉਹਦੇ ਤੋਂ ਬਿਨਾਂ ਤੁਸੀਂ ਆਪਣੀ ਲਾਈਫ ਕਿਸ ਤਰੀਕੇ ਦੇ ਨਾਲ ਉਹ ਕਰਦੇ ਹੋ। ਦੈਨ ਅਸੀਂ ਅਗਰ ਇਸ ਤਰੀਕੇ ਦੇ ਨਾਲ ਲਾਈਫ ਜੀ ਰਹੇ ਹਾਂ, ਦੈਨ ਡੈਫੀਨੇਟਲੀ ਵੀ ਆਰ ਲਿਵਿੰਗ ਲਾਈਕ ਦਾ ਸਾਡੇ ਕੋਲ ਪ੍ਰੀਮੀਟਿਵ ਏਜ ਦੇ ਵਿੱਚ ਜਿਸ ਤਰੀਕੇ ਦੇ ਨਾਲ ਅਸੀਂ ਆਪਣੀ ਲਾਈਫ ਸਪੈਂਡ ਕਰਦੇ ਸੀ। ਪ੍ਰੋਡਕਸ਼ਨ ਐਕਟੀਵਿਟੀਜ਼ ਅਸੀਂ ਸਰਪਲਸ ਲਈ ਨਹੀਂ ਸੀ ਕਰਦੇ, ਜਸਟ ਆਪਣੇ ਸਬਸਿਸਟੈਂਸ ਨੀਡਸ ਦੇ ਲਈ ਕਰਦੇ ਸੀ। ਬਿਕੋਜ਼ ਇਨਫਰਾਸਟਰਕਚਰ ਫੈਸਿਲਿਟੀਜ਼ ਆ ਜਿਹੜੀਆਂ ਉਹ ਸਾਡੇ ਕੋਲ ਹਰ ਇੱਕ ਇਕੋਨਮੀ ਦੇ ਵਿੱਚ ਆਪਣੇ ਹਿਸਾਬ ਦੇ ਨਾਲ ਉਹ ਹੁੰਦੀਆਂ। ਹਰ ਏਰੀਆ ਦੇ ਵਿੱਚ ਅਸੀਂ ਸਪੈਸ਼ਲਾਈਜ਼ਡ ਹੁੰਦੇ ਹਾਂ। ਲਾਈਕ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਐਗਰੀਕਲਚਰ ਦੇ ਵਿੱਚ ਸਭ ਤੋਂ ਜ਼ਿਆਦਾ, ਹਾਰਟੀਕਲਚਰ, ਐਗਰੀਕਲਚਰ ਐਂਡ ਹਾਰਟੀਕਲਚਰ ਦੋਨਾਂ ਦੇ ਲਈ, ਬਿਕੋਜ਼ ਇੱਥੇ ਸਾਡੇ ਕੋਲ ਇਰੀਗੇਸ਼ਨ ਫੈਸਿਲਿਟੀਜ਼ ਬਹੁਤ ਹੈ। ਮਹਾਰਾਸ਼ਟਰ, ਗੁਜਰਾਤ ਦੇ ਵਿੱਚ ਇੰਡਸਟਰੀਜ਼ ਹੈ, ਐਂਡ ਕਰਨਾਟਕਾ ਦੇ ਵਿੱਚ ਸਾਡੇ ਕੋਲ ਆਈਟੀ ਟੈਕਨੋਲੋਜੀ ਹੈ। ਥੀਸ ਆਰ ਦ ਫੈਸਿਲਿਟੀਜ਼ ਜਿਹੜੀਆਂ ਅਸੀਂ ਐਡਵਾਂਸ ਫੈਸਿਲਿਟੀਜ਼ ਪ੍ਰੋਵਾਈਡ ਕਰ ਰਹੇ ਹਾਂ। ਦੈਨ infrastructure, what is infrastructure? It is a support system of the economic and social development of the country, without which economic growth and social development are not possible. Now what is economic and social infrastructure? Economic infrastructure ਜਦੋਂ ਸਾਡੇ ਕੋਲੇ ਕੀ ਐਲੀਮੈਂਟ ਸਾਡੇ ਕੋਲੇ ਆ ਜਾਂਦੇ ਜਿਹੜੇ ਸਾਨੂੰ ਸਪੋਰਟ ਪ੍ਰੋਵਾਈਡ ਕਰਦੇ ਆ, ਲਾਈਕ ਪਾਵਰ, ਟਰਾਂਸਪੋਰਟੇਸ਼ਨ, ਕਮਿਊਨੀਕੇਸ਼ਨ, ਸਾਰੇ ਦੇ ਸਾਰੇ ਇਹ ਸਾਨੂੰ ਪ੍ਰੋਡਕਸ਼ਨ ਐਕਟੀਵਿਟੀਜ਼ ਨੂੰ ਫਾਸਟ ਕਰਦੇ ਆ ਸਾਡੀਆਂ ਨੂੰ। ਅਗਰ ਸਾਡੇ ਕੋਲੇ ਪਾਵਰ ਸਪਲਾਈ ਬਹੁਤ ਹੈ ਤਾਂ ਸਾਡੀ ਪ੍ਰੋਡਕਸ਼ਨ ਐਕਟੀਵਿਟੀਜ਼ ਲਾਈਕ ਇੰਡਸਟਰੀਜ਼ ਨੂੰ ਰਨ ਕਰਨਾ, ਅਗਰ ਸਾਡੇ ਕੋਲ ਟਰਾਂਸਪੋਰਟੇਸ਼ਨ ਫੈਸਿਲਿਟੀਜ਼ ਹੈ ਤਾਂ ਅਸੀਂ ਪ੍ਰੋਡਕਸ਼ਨ ਜੋ ਵੀ ਕੀਤੀ ਹੈ ਉਹਨੂੰ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਦੇ ਉੱਤੇ ਮੂਵ ਕਰ ਸਕਦੇ ਹੈਗੇ। ਕਮਿਊਨੀਕੇਸ਼ਨ ਸਿਸਟਮ ਹੈ ਤਾਂ ਅਸੀਂ ਫੈਸਿਲਿਟੀਜ਼ ਨੂੰ ਕਿਸ ਤਰੀਕੇ ਦੇ ਨਾਲ ਉਹ ਕਰਨਾ, ਐਕਸਚੇਂਜ ਕਰਦੇ ਹੈਗੇ। ਇਕਨੋਮਿਕ ਇਨਫਰਾਸਟਰਕਚਰ ਅਗਰ ਅਸੀਂ ਦੇਖੀਏ ਤਾਂ ਸਾਡੀ ਡਿਵੈਲਪਮੈਂਟ ਹੈ ਇਹਦੇ ਤੋਂ ਬਿਨਾਂ ਪੋਸੀਬਲ ਹੋ ਹੀ ਨਹੀਂ ਸਕਦੀ। ਨੈਕਸਟ ਇਜ਼ ਅ ਸੋਸ਼ਲ ਡਿਵੈਲਪਮੈਂਟ। ਦਿਸ ਇਜ਼ ਅ ਸਪੋਰਟ ਸਿਸਟਮ ਜਿਹੜਾ ਸਾਨੂੰ ਸਰਵ ਕਰਦਾ ਐਜ਼ ਅ ਡਰਾਈਵਿੰਗ ਫੋਰਸ ਫॉर ਸੋਸ਼ਲ ਡਿਵੈਲਪਮੈਂਟ ਆਫ ਦਾ ਕੰਟਰੀ। ਇਹਦੇ ਵਿੱਚ ਸਾਡੇ ਕੋਲੇ ਹੈਲਥ ਐਂਡ ਐਜੂਕੇਸ਼ਨ, ਬੇਸਿਕਲੀ ਅਸੀਂ ਇਹਨਾਂ ਨੂੰ ਲੈਂਦੇ ਹਾਂ। ਅਗਰ ਅਸੀਂ ਬਿਮਾਰ ਹੋ ਜਾਂਦੇ ਹਾਂ ਜਾਂ ਅਸੀਂ ਇਲਿਟਰੇਟ ਹੈ ਤਾਂ ਅਸੀਂ ਆਪਣੀ ਇਕੋਨਮੀ ਨੂੰ ਡਿਵੈਲਪ ਨਹੀਂ ਕਰ ਸਕਦੇ ਗੇ। ਤਾਂ ਹਿਊਮਨ ਡਿਵੈਲਪਮੈਂਟ ਦੇ ਲਈ ਸਾਨੂੰ ਇਹਨਾਂ ਰਿਸੋਰਸਿਸ ਦੀ ਜ਼ਰੂਰਤ ਆਉਂਦੀ ਹੈ। ਇਕਨੋਮਿਕ ਇਨਫਰਾਸਟਰਕਚਰ ਸਾਡੀ ਜਿਹੜੀ ਗਰੋਥ ਪ੍ਰੋਸੈਸ ਹੈ ਇਹਨੂੰ ਐਕਸਲਰੇਟ ਕਰਦਾ, ਐਂਡ ਸੋਸ਼ਲ ਇਨਫਰਾਸਟਰਕਚਰ ਹਿਊਮਨ ਡਿਵੈਲਪਮੈਂਟ ਦੀ ਪ੍ਰੋਸੈਸ ਨੂੰ ਫਾਸਟ ਕਰਦਾ। ਅਗਰ ਅਸੀਂ ਦੇਖੀਏ ਤਾਂ ਇਕਨੋਮਿਕ ਗਰੋਥ ਇਨਕੰਪਲੀਟ ਹੈ ਹਿਊਮਨ ਡਿਵੈਲਪਮੈਂਟ ਤੋਂ ਬਿਨਾਂ। ਇਸੇ ਲਈ ਸਾਨੂੰ ਦੋਨੋਂ ਇਨਫਰਾਸਟਰਕਚਰਸ, ਇਕਨੋਮਿਕ ਐਜ਼ ਵੈਲ ਐਜ਼ ਸੋਸ਼ਲ ਇਨਫਰਾਸਟਰਕਚਰ ਇੱਕ ਦੂਸਰੇ ਦੇ ਨਾਲ ਮਿਲ ਕੇ ਚੱਲਦੇ ਆ, ਇੱਕ ਦੂਸਰੇ ਦੇ ਨਾਲ ਕੰਮ ਕਰਦੇ ਆ। ਇਕਨੋਮਿਕ ਇਨਫਰਾਸਟਰਕਚਰ ਐਂਡ ਸੋਸ਼ਲ ਇਨਫਰਾਸਟਰਕਚਰ ਆਰ ਕੰਪਲੀਮੈਂਟਰੀ ਟੂ ਈਚ ਅਦਰ। ਹਾਊ ਇਟ ਇਜ਼ ਕੰਪਲੀਮੈਂਟਰੀ? ਬਿਕੋਜ਼ ਸਾਡੇ ਕੋਲ ਇਕਨੋਮਿਕ ਇਨਫਰਾਸਟਰਕਚਰ ਦੇ ਵਿੱਚ source of energy, better means of transportation, communication and banking system ਹੋ ਗਿਆ, finance ਹੋ ਗਿਆ, ਇਹ ਸਾਰੇ ਦੇ ਸਾਰੇ ਹੁੰਦੇ ਆ। ਇਹ ਸਾਰੇ ਦੇ ਸਾਰੇ essential part ਹੈ ਸਾਡੀ economic growth ਦੇ ਲਈ। ਬਟ ਇਹ ਤਾਂ ਹੀ ਚੰਗੀ ਤਰ੍ਹਾਂ ਕੰਮ ਕਰ ਸਕਦੇ ਜੇ ਸਾਡਾ social infrastructure good ਹੈ। ਅਗਰ ਸਾਡੇ ਕੋਲੇ ਬਹੁਤ ਸਾਰੇ ਲੋਕ ਆ ਜਿਹੜੇ ਉਹ ਇਲਿਟਰੇਟ ਹੈ ਅਤੇ ਬਿਮਾਰੀਆਂ ਦੇ ਨਾਲ ਉਹ ਜਕੜੇ ਹੋਏ ਆ, ਤਾਂ ਸਾਡਾ ਮੀਨਸ ਸੋਸ਼ਲ ਇਨਫਰਾਸਟਰਕਚਰ ਗੁੱਡ ਨਹੀਂ ਆ। ਤਾਂ ਇਕਨੋਮਿਕ ਇਨਫਰਾਸਟਰਕਚਰ ਇਕੱਲਾ ਆਪਣੇ ਆਪ ਨੂੰ ਕਿਸੇ ਵੀ ਇਕੋਨਮੀ ਨੂੰ ਡਿਵੈਲਪ ਨਹੀਂ ਕਰ ਸਕਦਾ। ਇਕਨੋਮਿਕ ਇਨਫਰਾਸਟਰਕਚਰ ਮਸਟ ਬੀ ਕੰਪਲੀਮੈਂਟਡ ਵਿਦ ਦ ਸੋਸ਼ਲ ਇਨਫਰਾਸਟਰਕਚਰ ਫॉर growth and development.
Relevance of infrastructure or infrastructure contributes to economic development. ਸਾਡੇ ਕੋਲ ਉਹਨਾਂ ਦੀ contribution ਕੀ ਹੈ? First, infrastructure promotes productivity. ਸਾਡੀ ਡਿਫਰੈਂਟ ਸੈਕਟਰਸ ਦੇ ਵਿੱਚ ਸਾਡੀ ਪ੍ਰੋਡਕਟਿਵਿਟੀ ਇਹਨਾਂ ਨੇ ਦਿੱਤੀ ਹੋਈ ਹੈ। ਇਨਫਰਾਸਟਰਕਚਰ ਪ੍ਰੋਡਕਟਿਵਿਟੀ ਨੂੰ ਕਿਸ ਤਰੀਕੇ ਨਾਲ ਪ੍ਰਮੋਟ ਕਰਦਾ? ਫਸਟ, ਪ੍ਰੋਡਕਟਿਵਿਟੀ ਇਨ ਦਾ ਪ੍ਰਾਇਮਰੀ ਸੈਕਟਰ। ਅਗਰ ਸਾਡੇ ਕੋਲੇ ਇਰੀਗੇਸ਼ਨ ਫੈਸਿਲਿਟੀਜ਼ ਪ੍ਰੋਪਰ ਨਹੀਂ ਹੈ ਤਾਂ ਉਹਦੇ ਤੋਂ ਬਿਨਾਂ ਅਸੀਂ ਪ੍ਰੋਪਰਲੀ ਕੰਮ ਨਹੀਂ ਕਰ ਸਕਦੇ। ਪਹਿਲਾਂ ਅਸੀਂ ਰੇਨਫਾਲ ਦੇ ਉੱਤੇ ਜ਼ਿਆਦਾਤਰ ਪ੍ਰੋਡਕਸ਼ਨ ਸਾਡੀ ਰੇਨਫਾਲ ਦੇ ਉੱਤੇ ਡਿਪੈਂਡ ਕਰਦੀ ਸੀ। ਸਟਿਲ ਹਜੇ ਵੀ ਬਹੁਤ ਸਾਰੇ ਏਰੀਆਜ਼ ਆ ਜਿਹੜੇ ਰੇਨਫਾਲ ਦੇ ਉੱਤੇ ਡਿਪੈਂਡ ਕਰਦੇ ਆ। ਇਟ ਮੀਨਸ ਅਗਰ ਸਾਡੇ ਕੋਲ ਰੇਨ ਹੈ ਤਾਂ ਹੀ ਅਸੀਂ ਆਪਣੇ ਬੀਜ ਆ ਜਿਹੜੇ ਬੀਜ ਸਕਦੇ ਹਾਂ। ਜੇ ਰੇਨਫਾਲ ਘੱਟ ਹੈ ਤਾਂ ਅਸੀਂ ਘੱਟ ਉਹ ਸੋ ਕਰਾਂਗੇ। ਇਟ ਮੀਨਸ ਸਾਡੇ ਕੋਲ ਪਰਮਾਨੈਂਟ ਮੀਨਸ ਨਾ ਹੋਣ ਦੇ ਨਾਲ ਸਾਡੇ ਕੋਲ ਆਊਟਪੁੱਟ ਦੇ ਉੱਤੇ ਇਫੈਕਟ ਪੈਂਦਾ ਹੈ। ਲੋਅਰ ਰੇਨਫਾਲ ਮੀਨਸ ਲੋਅਰ ਪ੍ਰੋਡਕਸ਼ਨ। ਤਾਂ ਸਾਡੇ ਕੋਲ ਪ੍ਰਾਇਮਰੀ ਸੈਕਟਰ ਦੇ ਵਿੱਚ ਪ੍ਰੋਡਕਟਿਵਿਟੀ ਨੂੰ ਇਨਕਰੀਜ਼ ਕਰਨ ਦੇ ਲਈ ਉਹਨਾਂ ਦੇ ਜਿਹੜੇ ਪਰਮਾਨੈਂਟ ਮੀਨਸ ਹੈ ਸਾਡੇ ਕੋਲ ਇਰੀਗੇਸ਼ਨ, ਈਵਨ ਦੋ ਟੈਕਨੋਲੋਜੀ ਵੀ ਇੰਪੋਰਟੈਂਟ ਹੈ। ਨੈਕਸਟ ਇਜ਼ ਅ ਪ੍ਰੋਡਕਸ਼ਨ ਇਨ ਸੈਕੰਡਰੀ ਸੈਕਟਰ। ਸੈਕੰਡਰੀ ਸੈਕਟਰ ਦੇ ਵਿੱਚ ਵਿਦਆਊਟ ਦਾ ਸੋਰਸ ਆਫ ਐਨਰਜੀ, ਪੈਟਰੋਲੀਅਮ ਐਂਡ ਇਲੈਕਟ੍ਰੀਸਿਟੀ ਤੋਂ ਬਿਨਾਂ ਅਸੀਂ ਆਪਣੀ ਪ੍ਰੋਡਕਸ਼ਨ ਨਹੀਂ ਕਰ ਸਕਦੇ। ਅਗਰ ਸਾਡੇ ਕੋਲ ਇਹਨਾਂ ਚੀਜ਼ਾਂ ਦੀ ਫੈਸਿਲਿਟੀਜ਼ ਨਹੀਂ ਹੈਗੀਆਂ ਤਾਂ ਸਾਡੀ ਜਿਹੜੀ ਪ੍ਰੋਡਕਸ਼ਨ ਲੈਵਲ ਹੈ ਉਹ ਵੀ ਲੋ ਹੋਏਗਾ। ਅਸੀਂ ਇਫ ਵੀ ਆਰ ਨਾਟ ਹੈਵਿੰਗ ਕੋਲ, ਪੈਟਰੋਲੀਅਮ ਐਂਡ ਇਲੈਕਟ੍ਰੀਸਿਟੀ ਤਾਂ ਅਸੀਂ ਐਨਰਜੀ, ਵਿੰਡ ਐਨਰਜੀ ਜਾਂ ਸੋਲਰ ਐਨਰਜੀ ਦੇ ਉੱਤੇ ਡਿਪੈਂਡ ਕਰਾਂਗੇ ਜੋ ਕਿ ਸਾਡੇ ਕੋਲ ਅਬੰਡੈਂਸ ਦੇ ਵਿੱਚ ਨਹੀਂ ਹੈ ਇਸ ਟਾਈਮ ਦੇ ਉੱਤੇ। ਤਾਂ ਇਟ ਮੀਨਸ ਦਾ ਸੈਕੰਡਰੀ ਸੈਕਟਰ ਨੂੰ ਗਰੋ ਕਰਨ ਦੇ ਲਈ ਸਾਨੂੰ ਇਨਫਰਾਸਟਰਕਚਰ ਦੀ ਜ਼ਰੂਰਤ ਹੈ। ਐਂਡ ਇਨਫਰਾਸਟਰਕਚਰ ਕੀ ਐਲੀਮੈਂਟ ਸਾਡੇ ਕੋਲ ਐਨਰਜੀ ਆਉਂਦਾ। ਨੈਕਸਟ ਇਜ਼ ਅ ਪ੍ਰੋਡਕਟਿਵਿਟੀ ਇਨ ਦਾ ਟਰਸ਼ਰੀ ਸੈਕਟਰ। ਟਰਸ਼ਰੀ ਸੈਕਟਰ ਜਿਹੜਾ ਸਰਵਿਸ ਸੈਕਟਰ ਆਉਂਦਾ। ਹੁਣ ਸਰਵਿਸ ਸੈਕਟਰ ਦੇ ਵਿੱਚ ਨਾ ਤਾਂ ਸਾਨੂੰ ਇਰੀਗੇਸ਼ਨ ਫੈਸਿਲਿਟੀਜ਼ ਦੀ ਜ਼ਰੂਰਤ ਹੈ, ਨਾ ਸਾਨੂੰ ਐਨਰਜੀ ਦੀ ਜ਼ਰੂਰਤ ਹੈ, ਬਟ ਹਿਅਰ ਵੀ ਆਰ ਹੈਵਿੰਗ ਟਰਾਂਸਪੋਰਟ ਐਂਡ ਕਮਿਊਨੀਕੇਸ਼ਨ। ਅਗਰ ਅਸੀਂ ਇਕੱਲੇ ਟਰਾਂਸਪੋਰਟ ਅਤੇ ਕਮਿਊਨੀਕੇਸ਼ਨ ਦੀ ਲੈ ਕੇ ਚੱਲਦੇ ਹੈਗੇ, ਟੂਰਿਜ਼ਮ ਪ੍ਰੋਡਕਸ਼ਨ ਐਕਟੀਵਿਟੀ ਆਉਂਦੀ ਹੈ। ਅਗਰ ਸਾਡੇ ਕੋਲ ਟਰਾਂਸਪੋਰਟੇਸ਼ਨ ਅਤੇ ਕਮਿਊਨੀਕੇਸ਼ਨ ਨਹੀਂ ਹੋਏਗਾ ਤਾਂ ਟੂਰਿਜ਼ਮ ਇਜ਼ ਨਾਟ ਪੋਸੀਬਲ। ਐਂਡ ਟੂਰਿਜ਼ਮ ਇਟਸ ਅ ਪਾਰਟ ਆਫ ਦਾ ਟਰਸ਼ਰੀ ਸੈਕਟਰ। ਟੂਰਿਜ਼ਮ ਤਾਂ ਹੀ ਪੋਸੀਬਲ ਹੋ ਸਕਦੀ ਹੈ ਜੇਕਰ ਸਾਡੇ ਕੋਲ ਟਰਾਂਸਪੋਰਟ ਅਤੇ ਕਮਿਊਨੀਕੇਸ਼ਨ ਗੁੱਡ ਹੋਣਗੇ। ਤਾਂ ਇਟ ਮੀਨਸ ਜਦੋਂ ਟੂਰਿਜ਼ਮ ਦੀ ਅਗਰ ਅਸੀਂ ਗੱਲ ਕਰੀਏ ਤਾਂ ਇਹ ਸਿਰਫ ਇਹੀ ਹੋ ਸਕਦਾ ਕਿ ਜਿਵੇਂ ਕੋਲੰਬਸ ਅਤੇ ਵਾਸਕੋ ਡੀ ਗਾਮਾ ਨੇ ਐਕਸਪਲੋਰ ਕੀਤਾ ਸੀਗਾ ਤਾਂ ਉਹ ਐਕਸਪਲੋਰ ਦੇ ਤੌਰ ਦੇ ਉੱਤੇ ਹੀ ਅਸੀਂ ਹੌਬੀ ਦੇ ਤੌਰ ਦੇ ਉੱਤੇ ਲੈ ਕੇ ਚੱਲਾਂਗੇ, ਨਾ ਕਿ ਇਹਨੂੰ ਇੱਕ ਸੈਕਟਰ ਦੇ ਵਿੱਚ ਜਿਹੜਾ ਸਾਨੂੰ ਕੰਟਰੀਬਿਊਟ ਕਰ ਰਿਹਾ ਸਾਡੀ ਇਕਨੋਮਿਕ ਡਿਵੈਲਪਮੈਂਟ ਦੇ ਵਿੱਚ। ਇਟ ਮੀਨਸ across all the sector of the economy, primary, secondary and tertiary sector, high productivity is possible only when we have the good infrastructure facilities. Next we are having infrastructure induces investment. अगर good infrastructure होएगा, good investment होएगी because we are having good return. बट अगर साढ़े को इंफ्रास्ट्रक्चर गुड नहीं है तो साढ़ा जो रेट ऑफ रिटर्न घट होएगी एंड इन्वेस्टमेंट भी घट होएगी बिकॉज रिटर्न इंड्यूसिस द इन्वेस्टमेंट। Then infrastructure generate linkage in production. It is a it creates a linkage क्योंकि अगर साढ़े कोल ट्रांसपोर्टेशन ते कम्युनिकेशन फैसिलिटीज़ बहुत होणगियां ਤਾਂ ਉਹਦੇ ਨਾਲ ਕੀ ਹੋਏਗਾ ਕਿ ਅਸੀਂ ਇੰਟਰ ਰਿਲੇਟਡ ਇੰਡਸਟਰੀਅਲ ਜਿਹੜੇ ਲਿੰਕੇਜ ਆ ਉਹ ਜਨਰੇਟ ਕਰ ਸਕਦੇ ਹਾਂ, ਲਾਈਕ ਬੈਂਕਿੰਗ ਹੋ ਗਿਆ, ਫਾਈਨਾਂਸ ਹੋ ਗਿਆ। ਤਾਂ ਇਹਦੇ ਨਾਲ ਕੀ ਹੋਏਗਾ ਕਿ ਇੰਡਸਟਰੀਜ਼ ਨੂੰ ਜੋ ਵੀ ਫੈਸਿਲਿਟੀਜ਼ ਚਾਹੀਦੀਆਂ ਅਸੀਂ ਸਾਰੀਆਂ ਪੂਰੀਆਂ ਕਰ ਸਕਦੇ ਹਾਂ। ਲਿੰਕੇਜ ਰੈਫਰਸ ਟੂ ਦਾ ਸਿਚੁਏਸ਼ਨ ਵੈਨ ਐਕਸਪੈਂਸ਼ਨ ਆਫ ਵਨ ਇੰਡਸਟਰੀ ਫੈਸਿਲੀਟੇਟ ਦਾ ਐਕਸਪੈਂਸ਼ਨ ਆਫ ਅਦਰ। ਇੱਕ ਇੰਡਸਟਰੀਜ਼ ਦੂਸਰੀ ਇੰਡਸਟਰੀਜ਼ ਨੂੰ ਐਕਸਪੈਂਡ ਕਰ ਰਹੇ ਹੁੰਦੇ ਹੈਗੇ। ਅਗਰ ਅਸੀਂ ਆਪਣੇ ਆਪ ਸਿਰਫ ਇੱਕ ਕੰਮ ਨੂੰ ਇੱਕੋ ਜਗ੍ਹਾ ਦੇ ਉੱਤੇ ਕਰਾਂਗੇ ਤਾਂ ਉੱਥੇ ਸਾਡੇ ਕੋਲ ਸਪੈਸ਼ਲਾਈਜੇਸ਼ਨ ਨਹੀਂ ਹੋ ਸਕਦੀ। ਸਪੈਸ਼ਲਾਈਜੇਸ਼ਨ ਦੇ ਲਈ ਸਾਨੂੰ ਇੱਕ ਇੰਡਸਟਰੀਜ਼ ਨੂੰ ਦੂਸਰੀ ਇੰਡਸਟਰੀਜ਼ ਦੇ ਉੱਤੇ ਡਿਪੈਂਡ ਕਰਨਾ ਪੈਂਦਾ। ਤਾਂ ਅਗਰ ਸਾਡੇ ਕੋਲ ਬਹੁਤ ਸਾਰੀਆਂ ਇਨਫਰਾਸਟਰਕਚਰ ਫੈਸਿਲਿਟੀਜ਼ ਹੋਣਗੀਆਂ ਦੈਨ ਇਟ ਇਜ਼ ਪੋਸੀਬਲ ਓਨਲੀ। ਇਨਫਰਾਸਟਰਕਚਰ ਇਨਹਾਂਸਿਸ ਦਾ ਸਾਈਜ਼ ਆਫ ਦਾ ਮਾਰਕੀਟ। ਅਗਰ ਅਸੀਂ ਐਟ ਦਾ ਈਵ ਆਫ ਇੰਡੀਪੈਂਡੈਂਸ ਜਾਂ ਜਦੋਂ ਅਸੀਂ ਡਿਪੈਂਡੈਂਟ ਸੀਗੇ, ਬ੍ਰਿਟਿਸ਼ਰਸ ਸੀ ਇੱਥੇ, ਤਾਂ ਉਸ ਟਾਈਮ ਦੇ ਉੱਤੇ ਚੱਲੀਏ ਤਾਂ ਉਸ ਟਾਈਮ ਬ੍ਰਿਟਿਸ਼ਰਸ ਨੇ ਵੀ ਮਾਰਕੀਟ ਸਾਈਜ਼ ਨੂੰ ਇਨਹਾਂਸ ਕਰਨ ਦੇ ਲਈ ਆਪਣਾ ਜਿਹੜਾ ਰੇਲਵੇਜ਼ ਹੈ ਐਜ਼ ਅ ਲਿੰਕੇਜ ਨੈਟਵਰਕ ਉਹਨਾਂ ਨੇ ਇਹਨੂੰ ਯੂਜ਼ ਕੀਤਾ ਸੋ ਦੈਟ ਦੇ ਕੈਨ ਐਕਸਪੈਂਡ ਦਾ ਮਾਰਕੀਟ ਸਾਈਜ਼। ਮੀਨਸ ਕਮਿਊਨੀਕੇਸ਼ਨ
उन्होंने टैलीफोन्स स्टार्ट किए, रेलवेज़ ਨੂੰ स्टार्ट किया एज अ ट्रांसपोर्टेशन फैसिलिटी। तो इन्हों तो बिना मार्केट साइज़ ਨੂੰ ਅਸੀਂ इनक्रीज़ नहीं कर सकते गे। जिन्ने साडे कोले मीनस ऑफ ट्रांसपोर्टेशन गुड होणगे उन्ना इकनॉमिक इंफ्रास्ट्रक्चर वधिया होएगा। इंफ्रास्ट्रक्चर इनहांसिस द एबिलिटी टू वर्क। ਅਸੀਂ ਸਪੈਸ਼ਲੀ ਇੱਥੇ ਗੱਲ ਕਰਾਂਗੇ ਸੋਸ਼ਲ ਇਨਫਰਾਸਟ੍ਰਕਚਰ ਦੀ, ਬਿਕੋਜ਼ ਆਲਰੇਡੀ ਵੀ ਹੈਵ ਡਿਸਕਸਡ ਹਿਊਮਨ ਕੈਪੀਟਲ ਫਾਰਮੇਸ਼ਨ। ਹਿਊਮਨ ਕੈਪੀਟਲ ਫਾਰਮੇਸ਼ਨ ਤਾਂ ਹੀ ਪੋਸੀਬਲ ਹੈ ਜੇ ਸਾਡੇ ਕੋਲ ਐਜੂਕੇਸ਼ਨ ਫੈਸਿਲਿਟੀਜ਼ ਬੈਟਰ ਹੋਣਗੀਆਂ, ਕਮਿਊਨੀਕੇਸ਼ਨ ਉਹਨਾਂ ਕੋਲ ਸਕਿੱਲਸ ਹੋਣਗੀਆਂ, ਅਗਰ ਅਸੀਂ ਹੈਲਥ ਕੇਅਰ ਫੈਸਿਲਿਟੀਜ਼ ਬੈਟਰ ਹੋਣਗੀਆਂ। ਅਗਰ ਸਾਡੇ ਕੋਲ ਇਹ ਚੀਜ਼ਾਂ ਨਹੀਂ ਹੋਣਗੀਆਂ ਤਾਂ ਪ੍ਰੋਡਕਟਿਵਿਟੀ ਲੂਜ਼ ਕਰੇਗੀ ਸਾਡੀ। ਇਟ ਮੀਨਸ ਗਰੋਥ ਪ੍ਰੋਸੈਸ ਨੂੰ ਐਕਸਲਰੇਟ ਕਰਨ ਦੇ ਲਈ ਸਾਨੂੰ ਇਨਫਰਾਸਟ੍ਰਕਚਰ ਦੀ ਜ਼ਰੂਰਤ ਹੈ। ਇਨਫਰਾਸਟ੍ਰਕਚਰ improves the quality of life। अगर साढ़े कोले गुड इंफ्रास्ट्रक्चर होएगा इट मीनस साड़ी जिहड़ी हाइजीन ड्रिंकिंग वाटर क्लीन होएगा, हेल्थ इशूज़ नहीं होणगे। अगर साढ़े कोले ये वधिया नहीं होएगा तो हर चीज़ की प्रॉब्लम आएगी। मीनस साढ़े कोल ट्रांसपोर्टेशन सिस्टम नहीं होएगा, कम्यूनीकेशन सिस्टम नहीं होएगा, हेल्थ केयर नहीं वधिया होएगा। तो इन्हां नूं बैटर क्वालिटी लाइफ प्रोवाइड करन दे लई इन्हां दे विच इंप्रूवमेंट होनी जरूरी है। नैक्सट इज़ द इंफ्रास्ट्रक्चर फैसिलिटेट आउटसोर्सिंग। आउटसोर्सिंग जो असीं एक जगह तो दूसरी जगह काम करन दे लई मूव करते हैं तो आउटसोर्सिंग साडे कोले किसी भी कंट्री दे विच तां हुंदी है जे उत्थों दा इंफ्रास्ट्रक्चर गुड है। साडा इंफ्रास्ट्रक्चर गुड है तो लोग इधर मूव करेंगे। अगर किसी होर कंट्री का इंफ्रास्ट्रक्चर गुड है तो असीं उधर मूव करांगे। ग्लोबल डेस्टिनेशन साडे कोल इंडिया आंदा है बिकॉज ऑफ द कॉल सेंटर, स्टडी सेंटर्स एंड मैडिकल टूरिज्म के लिए। बहुत सारे जोड़े लोग है इत्थे काम करन दे लई आंदे आ। बहुत सारे इत्थों जोड़े लोग है बिकॉज दे आर हैविंग द गुड इंफ्रास्ट्रक्चर, दे आर थिंकिंग दैट दे हैव द गुड इंफ्रास्ट्रक्चर इन द अदर कंट्रीज, तो उधर नूं मूव कर जाते हैं। इफ़ यू वांट टू डिवेलप आर इकॉनमी तो सानू इंफ्रास्ट्रक्चर नूं डिवेलप करना जरूरी है। दैन स्टेट ऑफ इंफ्रास्ट्रक्चर इन इंडिया। अगर असी स्टार्टिंग तो लैके गल करते हैं फस्ट 5 ईयर प्लान दे विच गवर्नमेंट ने टोटल रिस्पॉन्सिबिलिटी लै रही सी कि असी अपनी इकॉनमी का इंफ्रास्ट्रक्चर, इकनॉमिक एंड सोशल इंफ्रास्ट्रक्चर नूं डिवेलप करना। तो उन्होंने बहुत सारे डैम्स, रोड्स, ब्रिजेस, हॉस्पिटल्स, एजुकेशन इंस्टीट्यूशनस नूं एक्सपैंड किया। उहदे ते सारी दी सारी जिहड़ी फंडिंग सी इट वॉज डन बाय द गवर्नमेंट। बट गवर्नमेंट नूं बाद च फील होया कि जो गवर्नमेंट इंफ्रास्ट्रक्चर के उत्ते स्पेंड कर रही है इट्स नॉट एडिक्वेट। तो उहदे लई उहनूं शेयरिंग की जरूरत सी, तां प्राइवेट सैक्टर नूं इनवॉल्व किया गया, जां ते पार्टनरशिप के नाल जां फिर सोलली प्राइवेटाइजेशन होगी। तो उस तो बाद साडी जिहड़ी इंफ्रास्ट्रक्चर फैसिलिटीज़ है एकदम बूस्टअप कीतियां। बहुत सारिया कंट्रीज़, बहुत सारिया हजे भी साडे कोल अगर दूसरिया कंट्रीज़ दे नाल असी अपनी कंट्री नूं कंपेयर करके चलते हैं तो बहुत सारिया फैसिलिटीज़ ऐदां दियां आंदियां गईयां जिन्हां दे विच असी हजे भी उन्हां तो पिछे हैं। वी आर हैविंग वन टेबल जिथे इन्होंने शो किया होया। हेयर दे हैव गिवन इन्वेस्टमेंट इन इंफ्रास्ट्रक्चर एज परसेंट ऑफ GDP। साढ़े कोल टोटल GDP दे विचों कितना परसेंटेज है जिहड़ी असी इंफ्रास्ट्रक्चर के उत्ते इन्वेस्टमेंट करते हैं। परसेंटेज ऑफ पीपल हैविंग एक्सैस टू सेफ ड्रिंकिंग वाटर, किन्ने लोगों को साफ सुथरा पानी मिलता है। परसेंटेज ऑफ पीपल हैविंग एक्सैस टू सैनीटेशन सर्विसिज, मोबाइल सबसक्राइबर्स 100 पीपल पर 100 पीपल दे विच साडे कोले किन्ने आंदे आ। कंजम्पशन ऑफ एनर्जी ML टर्न्स ऑफ ऑयल इक्विवेलेंट, तो इत्थे साडे कोल एनर्जी किन्नी कंजम्पशन आती हैगी। अगर असी इन्वेस्टमेंट देखते हैं इन द GDP, साडे कोल किन्ना इंफ्रास्ट्रक्चर दे विच GDP दे विचों किन्ना परसेंट शेयर दिता होएगा। दिस इज़ लोअर दैन चाइना एंड इंडोनेशिया। साउथ कोरिया दे विच भी साडे तो ज़्यादा है। दीज आर द कंट्रीज़ विच आर हैविंग द मोर इन्वेस्टमेंट इन इंफ्रास्ट्रक्चर एज कंपेयर टू इंडिया। इंडिया दे विच 30% है जबकि चाइना सब तो ज़्यादा कर रहा है 44%। दैन सिंगापुर ते हांगकांग दोनों कंट्रीज़ है जिहड़े सेफ ड्रिंकिंग वाटर दे विच ज़्यादा है, 100% लोगों को है। वेयर एज इंडिया दे विच 94% जिहड़े लोग है वो कर रहे हैं। दैन अगर असी सैनीटेशन नूं देखते हैं कि तो सैनीटेशन दे विच साउथ कोरिया एंड सिंगापुर दे आर हैविंग मोर एक्सैस टू द
ਸੈਨੀਟੇਸ਼ਨ ਫੈਸਿਲਿਟੀਜ਼, ਵੇਅਰ ਐਜ਼ ਇੰਡੀਆ ਇਹਨਾਂ ਕੰਟਰੀਜ਼ ਦੇ ਵਿੱਚੋਂ ਸਭ ਤੋਂ ਨੀਚੇ ਆਉਂਦਾ ਹੈ, ਬਿਕੋਜ਼ ਵੀ ਆਰ ਨਾਟ ਹੈਵਿੰਗ ਐਕਸੈਸ ਟੂ ਦਾ ਬੇਸਿਕ ਫੈਸਿਲਿਟੀਜ਼ ਆਫ ਸੈਨੀਟੇਸ਼ਨ। ਅਸੀਂ and then mobile subscribers, India is having 87, whereas Hong Kong is having 59. And energy consumption, as compared to China, we are having very less energy consumption in India. It means ਅਸੀਂ ਜ਼ਿਆਦਾਤਰ crop residues, dung and ਫਿਊਲ, ਜਿਹੜਾ ਵੁੱਡ ਫਿਊਲ ਹੈ ਸਾਡੇ ਕੋਲ, ਅਸੀਂ ਉਹਦੇ 'ਤੇ ਆਪਣੀ ਐਨਰਜੀ ਰਿਕੁਆਇਰਮੈਂਟਸ ਆ ਜਿਹੜੇ ਰੂਰਲ ਏਰੀਆਜ਼ ਦੇ ਵਿੱਚ ਉਹਨਾਂ ਨੂੰ ਰਿਕੁਆਇਰਮੈਂਟਸ ਨੂੰ ਉੱਥੋਂ ਪੂਰਾ ਕਰਦੇ ਹੈਗੇ। ਹਾਊਸ ਹੋਲਡਸ ਆ ਜਿਹੜੇ ਬਹੁਤ ਸਾਰੇ ਸਾਡੇ ਕੋਲ ਰੂਰਲ ਹਾਊਸ ਹੋਲਡਸ ਹੈਗੇ, ਉਹਨਾਂ ਨੂੰ ਹਜੇ ਵੀ ਇਲੈਕਟ੍ਰੀਸਿਟੀ ਕਨੈਕਸ਼ਨਸ ਨਹੀਂ ਮਿਲੇ ਹੋਏਗੇ। ਬਹੁਤ ਸਾਰੇ ਘਰਾਂ ਦੇ ਵਿੱਚ ਅਸੀਂ ਕੈਰੋਸੀਨ ਨੂੰ ਯੂਜ਼ ਕੀਤਾ ਜਾਂਦਾ ਹੈ। ਅਗਰ ਅਸੀਂ ਦੇਖੀਏ ਰੂਰਲ ਹਾਊਸ ਹੋਲਡ ਆ ਜਿਹੜੇ, ਉਹ ਬਾਇਓਫਿਊਲਸ ਕੁਕਿੰਗ ਦੇ ਲਈ ਯੂਜ਼ ਕਰਦੇ ਹੈਗੇ, ਵੇਅਰਐਜ਼ ਡਰਿੰਕਿੰਗ ਵਾਟਰ ਦੇ ਲਈ ਉਹਨਾਂ ਕੋਲ ਓਪਨ ਸੋਰਸਿਸ ਦਿੱਤੇ ਹੋਏ ਆ, ਵੈਲ, ਟੈਂਕਸ, ਪੌਂਡਸ, ਲੇਕਸ, ਰਿਵਰ ਐਂਡ ਕੈਨਲਸ। ਬਹੁਤ ਸਾਰੇ ਜਿਹੜੇ ਏਰੀਆਜ਼ ਆ ਹਜੇ ਵੀ ਉੱਥੇ ਟੈਪ ਵਾਟਰ ਨਹੀਂ ਮਿਲ ਰਿਹਾ ਉਹਨਾਂ ਨੂੰ। ਇਟ ਮੀਨਸ ਸਾਡੇ ਕੋਲ ਅਸੀਂ ਇਹਨਾਂ ਬਹੁਤ ਸਾਰੀ ਜਿਹੜੀ ਸਾਡੇ ਕੋਲ ਸੈਨੀਟੇਸ਼ਨ ਫੈਸਿਲਿਟੀਜ਼ ਆ ਜਿਹੜੀਆਂ, ਉਹਨਾਂ ਨੂੰ ਵੀ ਕਵਰ ਨਹੀਂ ਕਰ ਰਹੇ ਕਿ ਰੂਰਲ ਏਰੀਆਜ਼ ਬੇਸਿਕਲੀ ਡਿਪਰਾਈਵਡ ਹੈ ਇਹਨਾਂ ਫੈਸਿਲਿਟੀਜ਼ ਤੋਂ। ਕੰਪੋਜੀਸ਼ਨ ਰਿਕੁਆਇਰਮੈਂਟ ਆਫ ਦਾ ਇਨਫਰਾਸਟਰਕਚਰ ਚੇਂਜਸ ਵਿਦ ਦੀ ਲੈਵਲ ਆਫ ਡਿਵੈਲਪਮੈਂਟ। ਅਗਰ ਅਸੀਂ ਡਿਵੈਲਪਮੈਂਟ ਨੂੰ ਫਾਸਟਰ ਕਰਨਾ ਚਾਹੁੰਦੇ ਹਾਂ ਤਾਂ ਸਾਡੇ ਕੋਲ ਇਨਫਰਾਸਟਰਕਚਰ ਨੂੰ ਵੀ ਚੇਂਜ ਕਰਨਾ ਹੋਏਗਾ। ਲੋਅਰ ਲੈਵਲ ਆਫ ਡਿਵੈਲਪਮੈਂਟ ਤਾਂ ਸਾਡੇ ਕੋਲ ਬੇਸਿਕ ਇਨਫਰਾਸਟਰਕਚਰ ਆ ਜਾਂਦਾ ਹੈ ਜਦੋਂ ਅਸੀਂ ਲੋਅਰ ਲੈਵਲ 'ਤੇ ਹਾਂ। ਇਟ ਇਨਕਲੂਡਸ ਇਰੀਗੇਸ਼ਨ, ਟਰਾਂਸਪੋਰਟੇਸ਼ਨ ਐਂਡ ਪਾਵਰ। ਅਗਰ ਅਸੀਂ ਹਾਇਰ ਲੈਵਲ ਆਫ ਡਿਵੈਲਪਮੈਂਟ 'ਤੇ ਹਾਂ ਤਾਂ ਸਾਡੇ ਕੋਲ ਜਿਵੇਂ ਟੈਲੀਕਮਿਊਨੀਕੇਸ਼ਨ ਹੋ ਗਿਆ, ਪਾਵਰ ਟੈਂਡਸ ਟੂ ਇਮਰਜ ਵਿਦ ਦਾ ਇੰਪੋਰਟੈਂਟ ਕੰਪੋਨੈਂਟਸ ਆਫ ਦਾ ਇਨਫਰਾਸਟਰਕਚਰ। ਅਗਰ ਲੋਅਰ ਲੈਵਲ 'ਤੇ ਹੈ ਤਾਂ ਅਸੀਂ ਇਹਨਾਂ ਲਈ ਸਟਰਗਲ ਕਰ ਰਹੇ ਹਾਂ। ਇਫ ਵੀ ਆਰ ਐਟ ਦਾ ਹਾਇਰ ਲੈਵਲ ਤਾਂ ਅਸੀਂ ਇਹਨਾਂ ਨੂੰ ਅਚੀਵ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਐਨਰਜੀ as a key component of the economic infrastructure. Now this is not a part of your syllabus because CBSE ਨੇ reduce ਕੀਤਾ syllabus and ਉਹਦੇ ਵਿੱਚੋਂ energy ਜਿਹੜਾ part ਹੈ it reduce ਹੋ ਗਿਆ ਤੁਹਾਡੇ syllabus ਦੇ ਵਿੱਚੋਂ। Now we are moving at the health, key component of the social infrastructure. Health means sound physical and mental state of the individual. It does not simply means the absence of the disease. ਅਸੀਂ ਇਹ ਨਹੀਂ ਕਹਿੰਦੇ ਕਿ ਡਿਜ਼ੀਜ਼ ਫ੍ਰੀ ਇੰਡੀਆ, ਅਸੀਂ ਇਹ ਕਹਿੰਦੇ ਹਾਂ ਕਿ ਸਾਡਾ ਜਿਹੜਾ ਫਿਜ਼ੀਕਲ ਅਤੇ ਮੈਂਟਲ ਸਟੇਟ ਹੈ ਇੰਡੀਵਿਜੂਅਲ ਦੀ, ਉਹ ਬੈਟਰ ਹੋਣੀ ਚਾਹੀਦੀ ਹੈਗੀ। ਗੁੱਡ ਹੈਲਥ ਇੰਪਲਾਈਜ਼ ਕਿ ਸਾਡੇ ਕੋਲ ਅਸੀਂ ਜੋ ਵੀ ਡਿਫੀਕਲਟ ਟਾਸਕ ਕਰ ਰਹੇ ਹਾਂ ਉਹਨੂੰ ਹੈਂਡਲ ਕਰਨ ਦੀ ਸਾਡੇ ਕੋਲ ਐਫੀਸ਼ੀਐਂਸੀ ਕਿੰਨੀ ਆ, ਪਹਿਲਾਂ ਨਾਲੋਂ ਇਨਕਰੀਜ਼ ਹੋਈ ਹੈ ਕਿ ਡਿਕਰੀਜ਼ ਹੋਈ ਹੈ। ਇਨਕਰੀਜ਼ ਇਨ ਦਾ ਪ੍ਰੋਡਕਟਿਵਿਟੀ ਆਫ ਦਾ ਲੇਬਰ। ਅਗਰ ਅਸੀਂ ਗੁੱਡ ਹੈਲਥ ਕਹਿ ਰਹੇ ਹਾਂ ਤਾਂ ਪ੍ਰੋਡਕਟਿਵਿਟੀ ਜ਼ਿਆਦਾ ਹੋਣੀ ਚਾਹੀਦੀ ਹੈ। ਇਟ ਇਨਕਰੀਜ਼ਿਜ਼ ਦਾ ਮੈਂਟਲ ਅਬਿਲਿਟੀਜ਼। essential indicators of good health ਕਿਹੜੀ ਚੀਜ਼ ਹੈ? here they have given some low and high indicators. if we are having low death rate, low infant mortality rate, low incidence of deadly diseases, then it is better. if we are having high expectancy of life and high nutritional level, then it is better. means some points we are having lower better ਤੇ ਕੁਛ ਦੇ ਉੱਤੇ ਅਸੀਂ ਹਾਇਰ ਦੇ ਉੱਤੇ ਬੈਟਰ ਆਉਂਦੇ ਹੈਗੇ। ਫੀਮੇਲ ਲਾਈਫ ਐਕਸਪੈਕਟੈਂਸੀ ਇਜ਼ ਗ੍ਰੇਟਰ ਦੈਨ ਦਾ ਮੇਲ ਲਾਈਫ ਐਕਸਪੈਕਟੈਂਸੀ। ਅਗਰ ਮੇਲ 66.9 ਈਅਰ ਦੀ ਏਜ ਨੂੰ ਉਹ ਕਰਦੇ ਹੈਗੇ ਐਂਡ ਫੀਮੇਲ ਆ ਜਿਹੜੀ ਆ 70 ਈਅਰਸ ਦੀ ਜਿਹੜੀ ਲਾਈਫ ਹੈ ਜਿਹੜੀ ਆ ਉਹਨੂੰ ਸਪੈਂਡ ਕਰਦੇ ਆ। ਇਟ ਮੀਨਸ ਸਾਡੇ ਕੋਲ ਹੈਲਥ ਕੇਅਰ ਫੈਸਿਲਿਟੀਜ਼ ਆ ਜਿਹੜੀਆਂ ਇੰਪਰੂਵ ਹੋਈਆਂ। ਸਮ ਡਿਵੈਲਪਮੈਂਟ ਆਫ ਹੈਲਥ ਕੇਅਰ facilities after independence. First is decline in the death rate. Death rate earlier it was 27%, now it's earlier it was 27%, now it's 7.2%. reduction in the infant mortality. infant up to the 1 year of the age ਜਦੋਂ ਬੱਚਿਆਂ ਦੀ ਡੈਥ ਹੋ ਜਾਂਦੀ ਹੈਗੀ, ਇਹ ਵੀ ਰਿਡਿਊਸ ਹੋਈ ਹੈ। this is per 1000, this is also per 1000, 27 per 1000 and 7.2 per 1000। ਜ਼ਿਆਦਾਤਰ ਅਸੀਂ ਜਿਹੜੀ ਹੈ ਉਹਨੂੰ ਪਰ 1000 ਦੇ ਹਿਸਾਬ ਦੇ ਨਾਲ ਹੀ ਕੰਸੀਡਰ ਕਰਦੇ ਹਾਂ। earlier it was 146 per 1000 in 1951, now it's 30 per 1000। rise in the expectancy of life, earlier it was 32 year in this and 69.4 now।
control over the deadly diseases. Deadly diseases like malaria, TB, tuberculosis, cholera and smallpox. ਸਾਡੇ ਕੋਲ ਇਹਨਾਂ ਨੂੰ ਅਸੀਂ ਕੰਟਰੋਲ ਕਰ ਲਿਆ। ਸਮੋਲਪੌਕਸ ਆਲਮੋਸਟ ਅਸੀਂ ਇਹਨੂੰ ਖਤਮ ਹੀ ਕਰ ਚੁੱਕੇ ਹੈਗੇ। ਡਿਕਲਾਈਨ ਇਨ ਅੰਡਰ 5 ਮੋਰਟੈਲਿਟੀ ਰੇਟ। ਅੰਡਰ 5 ਮੀਨਸ 5 ਸਾਲ ਤੋਂ ਘੱਟ ਏਜ ਦੇ ਬੱਚਿਆਂ ਦੀ ਜਿਹੜੀ ਡੈਥ ਹੈ ਉਹਦੇ ਵਿੱਚ ਪਹਿਲਾਂ 248 ਪਰ 1000 ਡੈਥ ਸੀਗੀਆਂ, ਨਾਓ ਇਟਸ 37 ਪਰ 1000। ਦੇਰ ਇਜ਼ ਅ ਡਰਾਸਟਿਕ ਚੇਂਜ ਅਗਰ ਅਸੀਂ ਦੇਖੀਏ ਤਾਂ। ਨਾਓ ਗਵਰਨਮੈਂਟ ਹੈਜ਼ ਗਿਵਨ we are having table expansion of the health services. Earlier we were having these health services, now we are having this sub centers and CHCs ਉਸ time ਤੇ exist ਹੀ ਨਹੀਂ ਸੀ ਕਰਦੇ, but now we are having a lot of sub centers and CHCs. it means government hospitals ਤੇ dispensaries ਆ ਜਿਹੜੀਆਂ ਉਹ 9300 ਤੋਂ ਲੈ ਕੇ 53800 ਤੱਕ expand ਹੋਈਆਂ। there is a rise in the number of nursing personnel from 18,000 to 30 lakh। ਐਲੋਪੈਥਿਕ ਡਾਕਟਰਸ ਹੈ ਜਿਹੜੇ 62 ਤੋਂ ਲੈ ਕੇ 11 ਲੱਖ ਤੱਕ 62,000 to 11 ਲੱਖ ਤੱਕ ਇਹ ਇਨਕਰੀਜ਼ ਹੋਈ ਹੈ। ਹੈਲਥ ਕੇਅਰ ਫੈਸਿਲਿਟੀਜ਼ ਹੈ ਵਿਦ ਦਾ ਟਾਈਮ ਅਗਰ ਅਸੀਂ ਦੇਖੀਏ ਇੰਪਰੂਵ ਹੋਈਆਂ ਐਂਡ ਸਮੋਲ ਪੌਕਸ ਨੂੰ ਅਸੀਂ ਇਰੈਡੀਕੇਟ ਕਰ ਚੁੱਕੇ ਹਾਂ ਆਪਣੀ ਇਹਦੇ ਵਿੱਚੋਂ, ਬਿਕੋਜ਼ अर्लीयर इट वॉज अ डेडली डिजीज़। अगर समॉल पॉक्स स्प्रैड होंदी सी तो बहुत सारे जिहड़ियां लाइव्स हैगियां वो खत्म हो जांदियां सी। हैल्थ केयर फैसिलिटीज़ इंप्रूव होने दे नाल नाल साडे कोले लोकां दी जिहड़ी लाइफ एक्सपैक्टेंसी है वो भी इंप्रूव होंदी हैगी। इट टू इंप्रूव द हैल्थ केयर फैसिलिटीज़ गवर्नमेंट ने नैशनल हैल्थ पॉलिसी 2007 दे विच लॉन्च कीती है एंड गवर्नमेंट हैज़ लॉन्च्ड आयुष्मान भारत। दिस इज़ द नैशनल हैल्थ प्रोटैक्शन मिशन सो दैट कि असीं अपनी जिहड़ी हैल्थ फैसिलिटीज़ है उन्होंने बैटर कर सकीए एंड टू प्रोवाइड हैल्थ इंश्योरेंस ऑफ 5 लाख पर फैमिली पर ईयर टू द पुअर हाउस होल्ड इन द कंट्री। वी आर हैविंग हेल्थ केयर सिस्टम इन इंडिया। वी आर हैविंग 3 tier system. First it include PSC, CHCs and sub centers. In the second tier it includes secondary healthcare institute and third tier includes tertiary healthcare center. In the primary healthcare center like ਰਾਏਕੋਟ ਦੇ ਵਿੱਚ ਜੋ ਸਾਡੇ ਕੋਲੇ ਹਸਪੀਟਲ ਆਂਦਾ that is a PHC। ਬਹੁਤ ਸਾਰੇ ਜਿਹੜੇ ਸਾਡੇ ਕੋਲ ਟਾਊਨਸ ਆ ਜਾਂਦੇ ਹੈਗੇ, ਇਸ ਤੋਂ ਛੋਟੇ ਸ਼ਹਿਰ ਜਿਹੜੇ ਅਸੀਂ ਕਹਿ ਦਿੰਦੇ ਹੈਗੇ ਰਾਏਕੋਟ ਦੇ ਵਿੱਚ PHC ਹੈ ਐਂਡ ਉਸ ਤੋਂ ਅਗਰ ਨੀਚੇ ਜਿਵੇਂ ਨੀਅਰ ਬਾਏ ਸਾਡੇ ਕੋਲੇ ਬਸੀਆਂ ਆ ਗਿਆ ਜਾਂ ਕੋਈ ਹੋਰ ਆਉਂਦਾ ਤਾਂ ਉੱਥੇ CHCs ਆ ਜਾਂਦੇ ਆ ਐਂਡ ਸਬ ਸੈਂਟਰਸ ਲਾਈਕ ਡਿਸਪੈਂਸਰੀਜ਼ ਵਗੈਰਾ ਸਾਡੇ ਕੋਲ ਆਉਂਦੀਆਂ। ਤਾਂ ਇਹ PHC, CHCs ਐਂਡ ਡਿਸਪੈਂਸਰੀਜ਼ ਦੀਜ਼ ਆਰ ਰਨ ਬਾਏ ਦਾ ਸਿੰਗਲ ਡਾਕਟਰ ਐਂਡ ANM ਸਾਡੇ ਕੋਲ ਉਹ ਆਉਂਦੀ ਹੈ। ਐਂਡ ਉਸ ਤੋਂ ਬਾਅਦ ਇਹਨਾਂ ਦਾ ਫੋਕਸ ਕਿਸ ਚੀਜ਼ 'ਤੇ ਹੁੰਦਾ ਹੈ ਕਿ ਲੋਕਾਂ ਨੂੰ ਐਜੂਕੇਟ ਕਰਨਾ ਅਤੇ ਉਹਨਾਂ ਨੂੰ ਹੈਲਥ ਕੇਅਰ ਸਿਸਟਮ ਦੇ ਲਈ ਐਂਡ ਇਮਿਊਨਾਈਜੇਸ਼ਨ ਕਿ ਉਹਨਾਂ ਨੂੰ ਇਮਿਊਨਿਟੀ ਬੂਸਟਰਸ ਜੋ ਵੀ ਉਹਨਾਂ ਨੂੰ ਇਨਫੈਕਟਡ ਡਿਸੀਜ਼ਿਜ਼ ਆਉਂਦੀਆਂ ਉਹਨਾਂ ਤੋਂ ਉਹਨਾਂ ਨੂੰ ਉਹ ਕਰਨਾ। ਪ੍ਰੀਲਿਮਿਨਰੀ ਟਰੀਟਮੈਂਟ ਆਫਰ ਕਰਨਾ ਪੇਸ਼ੈਂਟ ਨੂੰ। ਅਗਰ ਇਹ ਲੱਗਦਾ ਹੈ ਕਿ ਇਸ ਪਰਸਨ ਨੂੰ ਇੱਥੇ ਠੀਕ ਨਹੀਂ ਕੀਤਾ ਜਾਂਦਾ ਤਾਂ CHCs ਆ ਜਿਹੜੇ ਉਹ ਜ਼ਿਆਦਾਤਰ ਰੈਫਰਲ ਹੁੰਦੇ ਹੈਗੇ ਫॉर ਦਾ ਪ੍ਰਾਇਮਰੀ ਹੈਲਥ ਸੈਂਟਰਸ, ਤਾਂ ਉਹਨਾਂ ਨੂੰ ਪ੍ਰਾਇਮਰੀ ਹੈਲਥ ਕੇਅਰ ਸੈਂਟਰ ਦੇ ਵਿੱਚ ਸੈਂਡ ਕਰ ਦਿੱਤਾ ਜਾਂਦਾ ਹੈ। ਸੈਕਿੰਡ ਟਾਇਰ ਇਸ ਤੋਂ ਜ਼ਿਆਦਾ ਅਪਗ੍ਰੇਡਡ ਹੁੰਦਾ ਹੈ ਐਜ਼ ਕੰਪੇਅਰ ਟੂ PHCs ਐਂਡ CHCs, ਕਿਉਂਕਿ CHCs ਤਾਂ ਰੈਫਰ ਕਰਦੇ ਹੈਗੇ PHCs ਦੇ ਵਿੱਚ ਐਂਡ PHCs ਤੋਂ ਬੈਸਟ ਫੈਸਿਲਿਟੀਜ਼ ਸਾਡੇ ਕੋਲ ਇਟ ਹੈਵ ਦਾ ਫੈਸਿਲਿਟੀਜ਼ ਲਾਈਕ ਸਰਜਰੀ, ECG ਐਂਡ ਐਕਸਰੇਜ਼। ਤਾਂ ਬਿਗ ਟਾਊਨਸ ਦੇ ਵਿੱਚ ਜਾਂ ਡਿਸਟ੍ਰਿਕਟ ਹੈੱਡਕੁਆਟਰਸ ਦੇ ਵਿੱਚ ਲੁਧਿਆਣੇ 'ਚ ਆਉਂਦੇ ਹਾਂ ਤਾਂ ਤੁਹਾਡੇ ਕੋਲ ਉੱਥੇ ਜੋ ਵੀ ਗਵਰਨਮੈਂਟ ਹਸਪੀਟਲਸ ਆਉਂਦੇ ਆ ਦੇ ਆਰ ਸੈਕੰਡਰੀ ਹੈਲਥ ਕੇਅਰ ਇੰਸਟੀਟਿਊਸ਼ਨਸ। then includes tier 3 tertiary health care centers ਸਾਡੇ ਕੋਲ ਆ ਜਾਂਦੇ ਆ। tertiary health care centers ਦੇ ਵਿੱਚ ਹਾਈ ਐਂਡ ਅਤੇ ਫੁੱਲੀ ਇਕਵਿਪਮੈਂਟ ਮੈਡੀਕਲ ਸੈਂਟਰਸ ਹੁੰਦੇ ਆ ਲਾਈਕ ਏਮਸ ਇਨ ਦਿੱਲੀ, PGI ਇਨ ਚੰਡੀਗੜ੍ਹ ਐਂਡ ਨਿਮਸ ਇਨ ਬੈਂਗਲੁਰੂ। ਤਾਂ ਸਾਡੇ ਕੋਲ ਇਹ ਸਾਨੂੰ ਹੈਲਥ ਕੇਅਰ ਫੈਸਿਲਿਟੀਜ਼ ਤਾਂ ਪ੍ਰੋਵਾਈਡ ਕਰਦੇ ਹੀ ਕਰਦੇ ਆ, ਨਾਲ ਇਹਨਾਂ ਦੇ ਕੋਲੇ ਰਿਸਰਚ ਐਂਡ ਡਿਵੈਲਪਮੈਂਟ ਐਂਡ ਐਜੂਕੇਸ਼ਨ ਉਹ ਵੀ ਪ੍ਰੋਵਾਈਡ ਕੀਤੀ ਜਾਂਦੀ ਹੈ ਸੋ ਦੈਟ ਕਿ ਆਉਣ ਵਾਲੇ ਟਾਈਮ ਦੇ ਵਿੱਚ ਬੈਟਰ ਫੈਸਿਲਿਟੀਜ਼ ਪ੍ਰੋਵਾਈਡ ਕੀਤੀਆਂ ਜਾ ਸਕਣ। ਪ੍ਰਾਈਵੇਟ ਸੈਕਟਰ ਹੈਲਥ ਕੇਅਰ ਹੈਲਥ ਇਨਫਰਾਸਟਰਕਚਰ ਵਿਦ ਦ ਪਾਸਿਸ ਆਫ ਦਾ ਟਾਈਮ
ਇੰਡੀਆ ਨੇ ਪ੍ਰਾਈਵੇਟ ਹੈਲਥ ਕੇਅਰ ਸਿਸਟਮ ਦੇ ਵਿੱਚ ਬਹੁਤ ਜ਼ਿਆਦਾ ਐਕਸਪੈਂਸ਼ਨ ਕੀਤੀ ਹੈ। ਮੋਰ ਦੈਨ 80% ਜਿਹੜੇ ਟੋਟਲ ਹੈਲਥ ਕੇਅਰ ਸਾਡੇ ਕੋਲ ਆਉਂਦੇ ਉਹਨਾਂ ਦੇ ਵਿੱਚੋਂ ਪ੍ਰਾਈਵੇਟ ਸੈਕਟਰ ਦੇ ਵਿੱਚ ਅਸੀਂ 80% ਕਰਦੇ ਹਾਂ। ਪ੍ਰਾਈਵੇਟ ਸੈਕਟਰ ਆਲਮੋਸਟ 70% ਹੋਸਪਿਟਲਸ ਜਿਹੜੇ ਰਨ ਕਰ ਰਹੇ ਹੈਗਾ। 2/5 ਜਿਹੜੇ ਬੈਡਸ ਹੈਗੇ ਪ੍ਰਾਈਵੇਟ ਹੋਸਪਿਟਲ ਦੇ ਵਿੱਚ ਅਵੇਲੇਬਲ ਹੈ। 60% ਡਿਸਪੈਂਸਰੀਜ਼ ਆ ਜਿਹੜੀਆਂ ਪ੍ਰਾਈਵੇਟ ਸੈਕਟਰਸ ਦੇ ਵਿੱਚ ਰਨ ਕੀਤੀਆਂ ਜਾਂਦੀਆਂ ਐਂਡ 80% ਜਿਹੜੇ ਆਊਟ ਪੇਸ਼ੈਂਟ ਐਂਡ 60% ਇਨ ਪੇਸ਼ੈਂਟਸ ਜਿਹੜੇ ਹੈਲਥ ਕੇਅਰ ਫੈਸਿਲਿਟੀਜ਼ ਅਵੇਲ ਕਰ ਰਹੇ ਆ ਪ੍ਰਾਈਵੇਟ ਸੈਕਟਰਸ ਤੋਂ। 78% ਰੂਰਲ ਏਰੀਆਜ਼ ਦੇ ਵਿੱਚ ਐਂਡ 81% ਅਰਬਨ ਏਰੀਆਜ਼ ਦੇ ਵਿੱਚ ਪ੍ਰਾਈਵੇਟ ਨੋਨ ਇੰਸਟੀਟਿਊਸ਼ਨਲ ਫੈਸਿਲਿਟੀਜ਼ ਜਿਹੜੀਆਂ ਆਊਟ ਪੇਸ਼ੈਂਟ ਸਾਡੇ ਕੋਲ ਆ ਜਾਂਦੀ, ਜਿੱਥੇ ਕੋਈ ਇੰਸਟੀਟਿਊਸ਼ਨ ਨਹੀਂ ਹੈ, ਡਾਕਟਰ ਜਾਂ ਤਾਂ ਕਲੀਨਿਕ ਰਨ ਕਰ ਰਿਹਾ ਜਾਂ ਫਿਰ ਸਾਡੇ ਕੋਲ ਪਿੰਡਾਂ ਦੇ ਵਿੱਚ ਜਿਹੜੇ ਹੁੰਦੇ ਹੈਗੇ ਅਸੀਂ ਕਹਿੰਦੇ ਹਾਂ ਕਿ ਕਿਸੇ ਤੋਂ ਸਿੱਖ ਕੇ ਫਿਰ ਉਹ ਕੰਮ ਕਰ ਰਿਹਾ। ਇਸ ਤਰੀਕੇ ਦੇ ਜਿਹੜੀ ਫੈਸਿਲਿਟੀਜ਼ ਆ ਅਵੇਲ ਕਰਦੇ ਲੋਕ। 58% ਰੂਰਲ ਏਰੀਆਜ਼ ਦੇ ਵਿੱਚ ਐਂਡ 62% ਅਰਬਨ ਏਰੀਆਜ਼ ਦੇ ਵਿੱਚ ਜਿਹੜੇ ਪੇਸ਼ੈਂਟਸ ਆ ਹੌਸਪੀਟਲਸ ਨੂੰ ਮੂਵ ਕਰਦੇ ਹੈ। ਸਾਡੇ ਕੋਲ ਬਹੁਤ ਸਾਰੇ ਮੈਡੀਕਲ ਐਜੂਕੇਸ਼ਨ ਟ੍ਰੇਨਿੰਗ ਸੈਂਟਰਸ ਆ ਜਿਹੜੇ ਜਾਂ ਮੈਡੀਕਲ ਟੈਕਨੋਲੋਜੀ ਡਾਇਗਨੋਸਿਸ ਸਾਡੇ ਕੋਲ ਆ ਜਾਂਦਾ ਹੈ। ਦੈਨ ਮੈਨੂਫੈਕਚਰ ਐਂਡ ਸੇਲ ਆਫ ਫਾਰਮਾਸਿਊਟੀਕਲਸ, ਹੌਸਪੀਟਲ ਕੰਸਟਰਕਸ਼ਨ। ਤਾਂ ਇਹ ਸਾਰਾ ਦਾ ਸਾਰਾ ਜਿਹੜਾ ਕੰਮ ਜ਼ਿਆਦਾਤਰ ਪ੍ਰਾਈਵੇਟ ਹੈਲਥ ਕੇਅਰ ਦੇ ਵਿੱਚ ਉਹਨਾਂ ਦੀ ਡੋਮੀਨੈਂਸ ਹੈ ਜ਼ਿਆਦਾ। ਜਿਹੜਾ ਇਹਨਾਂ ਏਰੀਆਜ਼ ਦੇ ਵਿੱਚ ਅਗਰ ਅਸੀਂ ਦੇਖੀਏ ਤਾਂ ਪ੍ਰਾਈਵੇਟ ਸੈਕਟਰ ਆਪਣਾ ਏਰੀਆ ਨੂੰ ਕਵਰ ਕਰ ਚੁੱਕਿਆ। ਬਹੁਤ ਸਾਰੀਆਂ ਜਿਹੜੀਆਂ ਪ੍ਰਾਈਵੇਟ ਏਰੀਆਜ਼ ਦੇ ਵਿੱਚ ਇੰਡੀਪੈਂਡੈਂਸ ਤੋਂ ਬਾਅਦ ਫੈਸਿਲਿਟੀਜ਼ ਆ ਜਿਹੜੀਆਂ ਉਹ ਇੰਪਰੂਵ ਹੋਈਆਂ। ਨੀਅਰਲੀ 80% ਪ੍ਰਾਈਵੇਟ ਹੌਸਪੀਟਲ ਐਂਟਰਪ੍ਰਾਈਜ਼ਜ਼ ਆ ਜਿਹੜੇ ਇੱਥੇ ਵਰਕ ਕਰ ਰਹੇ ਆ। ਹਾਇਰਿੰਗ ਜਸਟ ਅ ਵਰਕਰ ਔਰ ਟੂ ਸਾਡੇ ਕੋਲ ਇੱਕ ਜਾਂ ਇੱਕ ਤੋਂ ਜ਼ਿਆਦਾ ਦੋ ਤੋਂ ਜ਼ਿਆਦਾ ਵਰਕਰਸ ਹੁੰਦੇ ਆ ਕਿ ਉਹਨਾਂ ਕੋਲ ਸਮਟਾਈਮ ਤਾਂ ਸਿੰਗਲ ਵਰਕਰ ਦੇ ਨਾਲ ਵੀ ਉਹ ਕੰਮ ਕਰ ਰਹੇ ਹੁੰਦੇ ਆ। ਨੈਕਸਟ ਇਜ਼ ਅ ਮੈਡੀਕਲ ਟੂਰਿਜ਼ਮ। ਵਾਟ ਇਜ਼ ਅ ਮੈਡੀਕਲ ਟੂਰਿਜ਼ਮ? ਜਦੋਂ ਅਸੀਂ ਕਿਸੇ ਵੀ ਕੰਟਰੀ ਦੇ ਵਿੱਚ ਜਦੋਂ ਉਹਨਾਂ ਕੋਲ ਕੁਛ ਸਪੈਸ਼ਲਿਸਟ ਸਰਵਿਸਿਜ਼ ਹੁੰਦੀਆਂ, ਸਪੈਸ਼ਲ ਸਰਵਿਸਿਜ਼ ਹੁੰਦੀਆਂ, ਤਾਂ ਉੱਥੇ ਅਗਰ ਅਸੀਂ ਮੂਵ ਕਰਦੇ ਹਾਂ, ਇਫ ਇਟ ਇਜ਼ ਮੈਡੀਕਲ ਟੂਰਿਜ਼ਮ ਇਜ਼ ਦ ਚੂਜ਼ਿੰਗ ਟੂ ਟਰੈਵਲ ਆਊਟਸਾਈਡ ਯੂਰ ਲੋਕਲ ਏਰੀਆ ਫॉर ਮੈਡੀਕਲ ਸਰਵਿਸਿਜ਼। ਅਗਰ ਤੁਸੀਂ ਆਪਣੇ ਲੋਕਲ ਏਰੀਆ ਤੋਂ ਮੈਡੀਕਲ ਸਰਵਿਸਿਜ਼ ਦੇ ਲਈ ਬਾਹਰ ਜਾ ਰਹੇ ਹੈ, ਇਟ ਇਜ਼ ਨੋਨ ਐਜ਼ ਦ ਮੈਡੀਕਲ ਟਰੈਵਲ ਔਰ ਹੈਲਥ ਟੂਰਿਜ਼ਮ। ਹੁਣ ਇਹਦੇ ਵਿੱਚ 30% ਐਵਰੀ ਈਅਰ ਇੰਡੀਆ ਗਰੋ ਕਰ ਰਿਹਾ ਬਿਕੋਜ਼ ਬਹੁਤ ਸਾਰੇ ਲੋਕ ਇੱਥੇ ਮੈਡੀਕਲ ਫੈਸਿਲਿਟੀਜ਼ ਦੇ ਲਈ ਆਉਂਦੇ ਆ। ਪੇਸ਼ੈਂਟਸ ਜੇਕਰ ਅਸੀਂ ਦੇਖੀਏ ਡਿਵੈਲਪ ਕੰਟਰੀਜ਼ ਤੋਂ ਪੇਸ਼ੈਂਟ ਇੱਥੇ ਕਿਉਂ ਆਉਂਦੇ ਆ? ਬਿਕੋਜ਼ ਉਹਨਾਂ ਨੂੰ ਵਧੀਆ ਟਰੀਟਮੈਂਟ ਮਿਲਦਾ ਐਟ ਦ ਲੈਸ ਰੇਟ ਐਂਡ ਪੂਅਰ ਕੰਟਰੀਜ਼ ਤੋਂ ਇੱਥੇ ਆਉਂਦੇ ਬਿਕੋਜ਼ ਉਹਨਾਂ ਨੂੰ ਬੈਟਰ ਕੁਆਲਿਟੀ ਮਿਲਦੀ ਹੈ। ਜ਼ਿਆਦਾਤਰ ਅਸੀਂ ਦੇਖਦੇ ਹਾਂ ਸਾਡੇ ਕੋਲ NRIs ਆਉਂਦੇ ਆ ਡੈਂਟਲ ਕਰਵਾਉਣਾ, ਇੱਥੇ ਆ ਕੇ ਕਰਵਾਉਣਾ ਹੈ ਬਿਕੋਜ਼ ਅਗਰ ਉਸ ਕੰਟਰੀ ਦੇ ਵਿੱਚ ਜਿੱਥੇ ਉਹ ਰਹਿ ਰਹੇ ਉੱਥੇ ਕਰਵਾਉਂਦੇ ਆ ਤਾਂ ਉਹਨਾਂ ਨੂੰ ਬਹੁਤ ਕੋਸਟਲੀ ਪੈਂਦਾ। ਤਾਂ ਕੋਸਟ ਜਿਹੜੀ ਇੰਡੀਆ ਦੇ ਵਿੱਚ ਅਗਰ ਅਸੀਂ ਡਿਵੈਲਪ ਕੰਟਰੀਜ਼ ਦੇ ਕੰਪੈਰੀਟਿਵਲੀ ਦੇਖੀਏ ਤਾਂ ਦਿਸ ਇਜ਼ 10% ਐਜ਼ ਕੰਪੇਅਰ ਟੂ ਦ ਡਿਵੈਲਪ ਕੰਟਰੀਜ਼। ਫੋਰਨਰਸ ਜਿਹੜੇ ਇੰਡੀਆ ਦੇ ਵਿੱਚ ਕੰਟੀਨਿਊਸਲੀ ਸਾਡੇ ਕੋਲ ਵਿਜ਼ਿਟ ਕਰਦੇ ਆ ਐਂਡ ਦਿਸ ਇਜ਼ ਇਨਕਰੀਜ਼ਿਜ਼ ਬਾਈ 15% ਈਚ ਈਅਰ। ਬਟ ਡਿਊ ਟੂ ਦ ਪੈਂਡੈਮਿਕ ਸਾਡੇ ਕੋਲ ਬਹੁਤ ਸਾਰੀ ਇੰਟਰਨੈਸ਼ਨਲ ਟਰੈਵਲ ਰਿਸਟ੍ਰਿਕਸ਼ਨਸ ਹੈ, ਤਾਂ ਉਹਦੇ ਨਾਲ ਸਾਡੇ ਜਿਹੜੀ ਇਸ ਈਅਰ ਦੀ ਜਾਂ ਲਾਸਟ ਈਅਰ ਦੀ ਐਕਸਪੈਕਟਡ ਰਿਟਰਨ ਸੀਗੀਆਂ, ਜਿਹੜੀਆਂ ਅਰਨਿੰਗ ਸੀਗੀਆਂ ਉਹ ਕਾਫੀ ਘੱਟ ਗਈਆਂ ਜੋ ਵੀ ਅਸੀਂ ਪ੍ਰੋਜੈਕਟਡ ਅਰਨਿੰਗਸ ਲੈ ਕੇ ਚੱਲ ਰਹੇ ਸੀ। ਹੈਲਥ ਐਜ਼ ਐਨ ਐਮਰਜਿੰਗ ਚੈਲੰਜ। ਸਾਡੇ ਕੋਲ ਹੈਲਥ ਇਮਰਜਿੰਗ ਚੈਲੰਜ ਦੇ ਫਾਰਮ ਦੇ ਵਿੱਚ ਸਭ ਤੋਂ ਕੀ ਸੋਸ਼ਲ ਇਨਫਰਾਸਟਰਕਚਰ ਦੇ ਵਿੱਚ ਅਗਰ ਦੇਖੀਏ ਤਾਂ ਸਭ ਤੋਂ ਵੱਡਾ ਚੈਲੰਜ ਆਉਂਦਾ। ਅਸੀਂ ਬਹੁਤ ਸਾਰੀ ਜਗ੍ਹਾ ਦੇ ਉੱਤੇ ਆਪਣੇ ਆਪ ਨੂੰ ਇੰਪਰੂਵ ਕੀਤਾ ਲਾਈਕ ਡੈਥ ਰੇਟ ਸਾਡਾ ਉਹਨੂੰ ਅਸੀਂ ਡਿਕਰੀਜ਼ ਕੀਤਾ, ਬਰਥ ਰੇਟ ਸਾਡਾ ਡਿਕਲਾਈਨ ਹੋਇਆ, ਇਨਫੈਂਟ ਮੋਰਟੈਲਿਟੀ ਰੇਟ ਘਟਿਆ, ਲਾਈਫ ਐਕਸਪੈਕਟੈਂਸੀ ਵੱਧ ਗਈ ਹੈ, ਐਪੀਡੈਮਿਕਸ ਆ ਜਿਹੜੀਆਂ ਉਹਨਾਂ ਨੂੰ ਕੰਟਰੋਲ ਕੀਤਾ, ਉਹਨਾਂ ਨੂੰ ਰਿਡਿਊਸ ਕੀਤਾ। ਬਟ ਸਟਿਲ ਵੀ ਆਰ ਹੈਵਿੰਗ ਸਮ ਚੈਲੰਜਿਸ ਲਾਈਕ ਫਸਟ ਇਜ਼ ਅਨਈਕੁਅਲ ਡਿਸਟਰੀਬਿਊਸ਼ਨ ਆਫ ਹੈਲਥ ਕੇਅਰ ਸੈਂਟਰ। ਰੂਰਲ ਅਰਬਨ ਸੈਕਟਰਸ ਨੂੰ ਅਗਰ ਅਸੀਂ ਦੇਖਦੇ ਹਾਂ ਤਾਂ ਅਰਬਨ ਏਰੀਆਜ਼ ਦੇ ਵਿੱਚ ਹੈਲਥ ਕੇਅਰ ਸੈਂਟਰਸ ਬਹੁਤ ਜ਼ਿਆਦਾ ਐਜ਼ ਕੰਪੇਅਰ ਟੂ ਦਾ ਰੂਰਲ ਏਰੀਆਜ਼। ਅਗਰ ਅਸੀਂ ਪਿੰਡ ਦੇ ਵਿੱਚ ਦੇਖਦੇ ਹਾਂ ਤਾਂ ਸਾਡੇ ਕੋਲ ਕੋਈ ਹਾਰਡਲੀ CHC ਹੁੰਦਾ ਹੈ ਕਿਸੇ ਪਿੰਡ ਦੇ ਵਿੱਚ। ਅਦਰਵਾਈਜ਼ ਅਗਰ ਅਸੀਂ ਮੂਵ ਕਰ ਦਿਆਂਗੇ ਤਾਂ ਲਾਈਕ ਲੁਧਿਆਣੇ ਅਗਰ ਅਸੀਂ ਜਾਂਦੇ ਹਾਂ ਵਿਦਿਨ ਦਾ 1 ਕਿਲੋਮੀਟਰ ਏਰੀਆ ਸਾਨੂੰ 2-3 ਹੌਸਪੀਟਲ ਮਿਲ ਜਾਂਦੇ। ਮੀਨਸ ਅਰਬਨ ਕੰਸਨਟ੍ਰੇਸ਼ਨ ਹੈ ਜਿਹੜੀ ਹੈਲਥ ਕੇਅਰ ਫੈਸਿਲਿਟੀਜ਼ ਦੀ ਉੱਥੇ ਜ਼ਿਆਦਾ ਹੈ। ਕਮਿਊਨੀਕੇਬਲ ਡਿਜ਼ੀਜ਼ਿਸ ਲਾਈਕ ਏਡਸ ਹੋ ਗਿਆ, SARS, HIV ਤਾਂ ਕੰਟੀਨਿਊਸਲੀ ਰਾਈਜ਼ ਕਰਦੀਆਂ ਜਾਂਦੀਆਂ ਐਂਡ ਥੀਸ ਆਰ ਪੋਜ਼ਿੰਗ ਅ ਸੀਰੀਅਸ ਥ੍ਰੈਟ ਟੂ ਦ ਸੋਸਾਇਟੀ। ਪੂਅਰ ਮੈਨੇਜਮੈਂਟ ਸਾਡੇ ਕੋਲ ਨੰਬਰ ਆਫ ਪੇਸ਼ੈਂਟਸ
ਤੇ ਨੰਬਰ ਆਫ ਹੈਲਥ ਕੇਅਰ ਸੈਂਟਰਸ ਦੇ ਵਿੱਚ ਪ੍ਰੋਪਰਲੀ ਸਾਡੇ ਕੋਲ ਮੈਨੇਜਮੈਂਟ ਨਹੀਂ ਹੈ। ਡਾਕਟਰਸ ਜੇਕਰ ਅਸੀਂ ਦੇਖਿਆ ਅਥੋਰਾਈਜ਼ਡ ਡਾਕਟਰਸ ਬਹੁਤ ਸਾਰੇ ਹੈਗੇ, ਬਹੁਤ ਸਾਰੇ ਲੋਕ ਉਹਨਾਂ ਦੇ ਵਿਕਟਿਮਸ ਵੀ ਬਣਦੇ ਹੈਗੇ। ਸਮਟਾਈਮਸ ਤੁਸੀਂ ਸੁਣਦੇ ਹੋ ਸਰਜਰੀ ਹੋਈ ਹੈ, ਉਹਨਾਂ ਨੇ ਇਕਵਿਪਮੈਂਟਸ ਉੱਥੇ ਹੀ ਛੱਡ ਦਿੱਤੇ ਹੈਗੇ, ਜਾਂ ਉਹਨਾਂ ਦੇ ਪ੍ਰੋਪਰ ਉਹਨਾਂ ਦੀ ਕੇਅਰ ਨਹੀਂ ਹੋ ਰਹੀ ਗੀ। ਦੈਨ ਪ੍ਰਾਈਵੇਟਾਈਜੇਸ਼ਨ, ਨੰਬਰ ਆਫ ਪ੍ਰਾਈਵੇਟ ਹੋਸਪਿਟਲਸ ਆ ਜਿਹੜੇ ਉਹ ਗਵਰਨਮੈਂਟ ਹੋਸਪਿਟਲ ਦੇ ਕੰਪੈਰੇਟਿਵਲੀ ਲਗਾਤਾਰ ਵੱਧਦੇ ਜਾਂਦੇ ਆ। ਥੀਸ ਆਰ ਵੈਰੀ ਐਕਸਪੈਂਸਿਵ ਐਂਡ ਥੀਸ ਆਰ ਬਿਯੋਂਡ ਦੀ ਰੀਚ ਆਫ ਦ ਮਿਲੀਅਨਸ ਆਫ ਦ ਇੰਡੀਅਨਸ। ਪੂਅਰ ਅਪਕੀਪ ਐਂਡ ਮੇਨਟੇਨੈਂਸ, ਬਹੁਤ ਸਾਰੇ ਗਵਰਨਮੈਂਟ ਹੈਲਥ ਕੇਅਰ ਸੈਂਟਰਸ ਹੈ ਜਿਨ੍ਹਾਂ ਨੂੰ ਪ੍ਰੋਪਰਲੀ ਕੇਅਰ ਹੀ ਨਹੀਂ ਮਿਲਦੀ ਗੀ। ਉੱਥੇ ਫੈਸਿਲਿਟੀਜ਼ ਆ ਜਿਹੜੀਆਂ ਪ੍ਰੋਪਰ ਨਹੀਂ ਪ੍ਰੋਵਾਈਡ ਕੀਤੀਆਂ ਜਾਂਦੀਆਂ। ਪੂਅਰ ਸੈਨੀਟੇਸ਼ਨ ਲੈਵਲ, ਸੈਨੀਟੇਸ਼ਨ ਇਨਕਲੂਡਸ cleanliness of the surroundings and sanitation awareness of the sanitation among the masses। ਇਹਦੇ ਨਾਲ ਕੀ ਹੈ ਕਿ ਸਾਡੇ ਕੋਲੇ ਸਾਡਾ ਆਲਾ ਦੁਆਲਾ ਸਾਫ਼ ਸੁਥਰਾ ਹੋਣਾ ਚਾਹੀਦਾ। ਸਾਫ਼ ਸੁਥਰਾ ਦਾ ਮਤਲਬ ਇਹ ਨਹੀਂ ਹੈਗਾ ਕਿ ਅਸੀਂ ਸਿਰਫ ਝਾੜੂ ਪੋਚਾ ਕਰਨਾ। ਲਾਈਕ ਲੈਟਰਿਨਸ ਸਾਡੇ ਕੋਲੇ ਸੈਨੀਟੇਸ਼ਨ ਦੇ ਵਿੱਚ ਹੀ ਅਸੀਂ ਇਨਕਲੂਡ ਕਰਦੇ ਹਾਂ। आई एम नॉट जस्ट टॉकिंग अबाउट द पंजाब। पंजाब बहुत क्लीन है एज़ कंपेयर टू द अदर स्टेट्स। अगर असी होर स्टेट्स जिमें उत्तर प्रदेश हो गया, बिहार हो गया, अगर असी उन्होंने कंपेयर करके देखते हैं झारखंड, छत्तीसगढ़, ये वाले एरियाज़ इदां दे आते हैं जिथे हजे भी जी सैनीटेशन है जां असी कह दईए लैटरीनस है जड़ियाँ उन्होंने प्रॉपरली नहीं मिलदियाँ। 150 डिस्ट्रिक्ट्स इंडिया के इदां दी हैगियां जेकर उत्थे जिन्होंने असीं कच्चियां लैटरिनस बोलते हैं कि जो साढ़े को सैनीटेशन के नेम के उत्ते उन्होंने प्रोवाइड किया जाता है, तो वो उन्होंने लिए लग्जरी है। वेयर एज इन पंजाब दिस इज़ नॉट अ लग्जरी फॉर द पंजाबीज। अगर असीं देखते हैं इंटरनेशनल स्टैंडर्ड से कंपैरेटिव देखते हैं तो साड़ी जी बहुत घट है। हजे भी 30% जोड़े हाउसिज है उन्होंने कोल टॉयलेट्स नहीं है। स्लम अर्बन स्लम्स जां उत्थे जेकर असीं सैनीटेशन की देखते हैं तो मिजरेबल कंडीशन के विच है। जे उत्थे ज़्यादातर बीमारियां होणगियां, वर्स्ट कंडीशन के विच सैनीटेशन है उन्होंने। गवर्नमेंट इस लैवल नूं अचीव करन दे लई बहुत सारे अपने जिहड़े मिशनस है लाइक स्वच्छ भारत मिशन जां फिर उन्होंने ये सोचा होया कि असी अपनी इकोनमी नूं पूरा क्लीन करना है सो दैट कि साडियां जिहड़ियां सैनीटेशन फैसिलिटीज़ हैगियां उन्हां नूं इंप्रूव किया जा सके। साडा इहदा रीज़न की है, असी हैल्थ केयर के उत्ते जिहड़ा साडा एक्सपेंडिचर है दैट इज़ वेरी लो। 5% ऑफ द GDP है, जबकि USA दे विच दिस इज़ 17% ऑफ द GDP। लो शेयर ऑफ गवर्नमेंट इन द टोटल हैल्थ केयर एक्सपेंडिचर। असी प्राइवेटाइजेशन नूं स्ट्रैस किया होया सो दैट उहदे करके बहुत सारे जिहड़े लोग हैगे ओह इस फैसिलिटीज़ नूं अवेल ही नहीं कर सकते गे। इट मे बी स्टेटेड दैट इंडियन हैल्थ केयर सिस्टम नीड्स मच स्ट्रोंगर डोज ऑफ द पब्लिक expenditure to cure itself. Next is the GBD. GBD, it's a global burden of disease. Global burden of disease means साडे कोले प्रीमेच्योर डेथ्स आ गई जड़ियाँ डिजीज़ के करके जां फिर डिसेबिलिटी है जी परसनस किसी चीज़ लिए वो कर रहा सफ़र ड्यू टू द डिजीज़ उन्होंने कोई डिसेबिलिटी होंगी उन्होंने सफ़र कर रहा दैट इज़ अ GBD। दिस इज़ द इंडिकेटर्स सो दैट कि असी देख सकीए कि साड़ी इकोनॉमी कित्थे स्टैंड करती है। असी बड़े प्राउडली कहने हैं कि साढ़े को वर्ल्ड पॉपूलेशन का 1/7 पार्ट है जिन्नी टोटल वर्ल्ड दे विच आंदी है। इट मीनस साढ़े को जिहड़ा GBD है तो वो भी ज़्यादा ही होएगा एंड हैव द डबल्स डिस्टिंक्शन ऑफ द कैरिंग 20% ऑफ द GBD। 1/7 पार्ट बट GBD कितनी है 20% मीनस 1/5 पार्ट द GDP दे साढ़े को GBD साढ़े को है। 2/3 GBD साढ़े को नॉन कम्युनिकेबल डिजीज़ जिमें हार्ट अटैक हो गया, हार्ट पेशेंट साढ़े को आ गए, रेस्पिरेटरी सिस्टम, लंग्स, किडनी, ओबेसिटी, लाइफस्टाइल साढ़े को प्रॉब्लम आती है, डायरिया, लो रेस्पिरेटरी सिस्टम्स हो गए, कॉमन डिजीज़ साढ़े को आ जाती हैं। Out of 4.1 million nearly deaths occurring due to the air pollution and deaths covered in सिर्फ ਉਹਦੇ ਵਿੱਚੋਂ 1.1 मिलियन deaths ਆ ਜਿਹੜੀਆਂ ਉਹ ਇੰਡੀਆ ਦੇ ਵਿੱਚ ਹੀ ਹੋ ਜਾਂਦੀਆਂ। ਹੈਲਥ ਅ ਬੇਸਿਕ ਹਿਊਮਨ ਰਾਈਟ। ਗਵਰਨਮੈਂਟ ਟਾਈਮ ਟੂ ਟਾਈਮ
ਆਪਣੀ ਇਕੋਨਮੀ ਨੂੰ ਡਿਵੈਲਪ ਕਰਨ ਦੇ ਲਈ ਅਸੀਂ ਆਪਣੀ ਪੋਲਿਸੀਜ਼ ਆ ਜਿਹੜੀਆਂ ਫਾਰਮੂਲੇਟ ਕਰਦੇ ਰਹਿੰਦੇ ਹਾਂ ਸੋ ਦੈਟ ਸਾਡੇ ਕੋਲ ਹੈਲਥ ਜਿਹੜੀ ਹਿਊਮਨ ਰਾਈਟ ਹੈ how it is a human right to ensure that success is attained in a long term battle against the diseases ਤਾਂ ਸਾਡੇ ਕੋਲ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਕਿ ਅਸੀਂ ਹੈਲਥ ਸਰਵਿਸਿਜ਼ ਹੈਲਥ ਫੈਸਿਲਿਟੀਜ਼ ਅਤੇ ਹੈਲਥ ਸਰਵਿਸਿਜ਼ ਆ ਜਿਹੜੀਆਂ ਉਹ ਹਰ ਇੱਕ ਪਰਸਨ ਦੇ ਕੋਲ ਅਫੋਰਡੇਬਲ ਹੋਣੀਆਂ ਚਾਹੀਦੀਆਂ ਲੋਕਾਂ ਦੇ ਵਿੱਚ ਅਵੇਅਰਨੈਸ ਹੋਣੀ ਚਾਹੀਦੀ ਹੈਗੀ ਹੈਲਥ ਐਂਡ ਹਾਈਜੀਨ ਦੇ ਲਈ ਉਹਨਾਂ ਨੂੰ ਇਹ ਸਾਡੇ ਕੋਲ ਬਹੁਤ ਜ਼ਰੂਰੀ ਹੈ ਅਸੀਂ ਮੰਨਦੇ ਹੈਗੇ ਕਿ IT ਅਤੇ ਟੈਲੀਕਾਮ ਸੈਕਟਰ ਹੈ ਜਿਹੜਾ ਉਹ ਬਹੁਤ ਇੰਪੋਰਟੈਂਟ ਹੈ ਬਟ ਸਾਡੇ ਕੋਲ ਸਭ ਤੋਂ ਜ਼ਿਆਦਾ ਨੀਡ ਕਿਸ ਚੀਜ਼ ਦੀ ਆਉਂਦੀ ਹੈ ਕਿ ਰੂਰਲ ਅਰਬਨ ਡਿਵਾਈਡ ਹੈ ਜਿਹੜਾ ਉਹਨੂੰ ਖ਼ਤਮ ਕਰਕੇ ਆਪਣੀ ਜਿਹੜੀ ਇਕੋਨਮੀ ਹੈ ਉਹਨੂੰ ਬੈਟਰ ਫੈਸਿਲਿਟੀਜ਼ ਪ੍ਰੋਵਾਈਡ ਕੀਤੀਆਂ ਜਾ ਸਕਣ indicators of health in India in comparison with the other countries. Here they have given some indicators. Some indicators are lower the better and some indicators are higher the better. अगर असी देखते हैं this is higher the better and these are lower the better. Infant mortality rate ਜਿੰਨੀ ਘੱਟ ਹੋਏਗੀ ਉਨੀ ਜ਼ਿਆਦਾ ਵਧੀਆ ਬਟ ਐਜ਼ ਕੰਪੇਅਰ ਟੂ ਦ ਅਦਰ ਕੰਟਰੀਜ਼ ਇੰਡੀਆ ਦੇ ਵਿੱਚ ਸਭ ਤੋਂ ਜ਼ਿਆਦਾ 5-year mortality under 5 mortality means 5 years to less. This is also lower the better but ਇੱਥੇ ਸਾਡੇ ਕੋਲ ਇੰਡੀਆ ਦੇ ਵਿੱਚ ਹਾਇਰ ਹੈ ਬਰਥ ਬਾਏ ਦਾ ਸਕਿਲਡ ਅਟੈਂਡੈਂਟਸ ਡਾਕਟਰਸ ਜਿਹੜੇ ਹੋ ਗਏ ਪ੍ਰੈਕਟੀਸ਼ਨਰਸ ਹੋ ਗਏ ਜਿਹੜੇ ਪ੍ਰੋਪਰਲੀ ਸਾਡੇ ਕੋਲ ਅਸੀਂ ਕਹਿ ਦਿੰਦੇ ਹਾਂ ਸਕਿਲਫੁਲ ਪਰਸਨਸ ਆ ਜਾਂਦੇ ਆ ਇੰਡੀਆ ਦੇ ਵਿੱਚ ਲੀਸਟ ਦੇ ਉੱਤੇ ਹਾਂ ਅਸੀਂ ਜਦ ਕਿ ਹਾਈਐਸਟ ਹੋਣਾ ਚਾਹੀਦਾ ਵਧੀਆ ਹੋਣਾ ਚਾਹੀਦਾ ਐਂਡ ਦੂਸਰੀਆਂ ਕੰਟਰੀਜ਼ ਸਾਡੇ ਤੋਂ ਬੈਟਰ ਪਰਫੋਰਮ ਕਰ ਰਹੀਆਂ ਗਵਰਨਮੈਂਟ ਇਨਫੈਂਟ ਮਿਨੀਮਾਈਜ਼ਡ DPT ਸਾਡੇ ਕੋਲ ਬੂਸਟਰਸ ਜਿਹੜੇ ਦਿੱਤੇ ਹੋਏ ਆ ਹਾਇਰ ਦਾ ਬੈਟਰ ਜਿੰਨੇ ਲੋਕਾਂ ਨੂੰ ਜ਼ਿਆਦਾ ਬੂਸਟਰਸ ਪ੍ਰੋਵਾਈਡ ਕੀਤੇ ਜਾਣਗੇ ਮੀਨਸ ਉਹਨਾਂ ਦੀ ਹੈਲਥ ਉਨੀ ਗੁੱਡ ਹੋਏਗੀ ਬਟ ਇੰਡੀਆ ਦੇ ਵਿੱਚ ਸਟਿਲ ਇਟਸ ਐਟ ਦਾ ਲੋਅਰ ਲੈਵਲ ਗਵਰਨਮੈਂਟ ਹੈਲਥ ਸਪੈਂਡਿੰਗ ਐਜ਼ ਅ ਪਰਸੈਂਟੇਜ ਆਫ GDP ਜਿੰਨੀ GDP ਦਾ ਜ਼ਿਆਦਾ ਪਰਸੈਂਟ ਹੋਏਗਾ ਉਨਾ ਜ਼ਿਆਦਾ ਬੈਟਰ ਹੋਏਗਾ ਬਟ ਇੰਡੀਆ ਦੇ ਵਿੱਚ ਬਾਕੀ ਕੰਟਰੀਜ਼ ਦੇ ਕੰਪੈਰੇਟਿਵਲੀ ਅਸੀਂ ਲੋਅਰ 'ਤੇ ਹਾਂ ਆਊਟ ਆਫ ਪੋਕਟ ਐਕਸਪੈਂਡੀਚਰ ਐਜ਼ ਦਾ ਪਰਸੈਂਟੇਜ ਆਫ ਕਰੰਟ ਹੈਲਥ ਐਕਸਪੈਂਡੀਚਰ ਅਸੀਂ ਆਪਣੀ ਪੋਕਟ 'ਚੋਂ ਕਿੰਨਾ ਕਰ ਰਹੇ ਇੰਡੀਅਨਸ ਸਭ ਤੋਂ ਜ਼ਿਆਦਾ ਆਪਣੀ ਪੋਕਟ ਦੇ ਵਿੱਚੋਂ ਪੇ ਕਰ ਰਹੇ ਆ ਜਦ ਕਿ ਦੂਸਰੀਆਂ ਕੰਟਰੀਜ਼ ਹੈ ਜਿਹੜੀਆਂ ਉਹ ਲੈਸ ਪੇ ਕਰ ਰਹੀਆਂ ਆਪਣੀ ਪੋਕਟ ਦੇ ਵਿੱਚੋਂ ਇੰਡੀਅਨ ਸਿਸਟਮ ਆਫ ਮੈਡੀਸਿਨਸ ਸਾਡੇ ਕੋਲ ਆਪਣਾ ਜਾਂ ਦੂਸਰੀਆਂ ਕੰਟਰੀਜ਼ ਤੋਂ ਸਾਡੇ ਕੋਲ ਜਦੋਂ ਆਇਆ ਤਾਂ ਉਹਨੂੰ ਆਪਣੇ ਦੇ ਵਿੱਚ ਅਸੀਂ ਉਹ ਕਰ ਲਿਆ ਤਾਂ ਸਾਡੇ ਕੋਲ 6 ਸਿਸਟਮਸ ਇੱਦਾਂ ਦੇ ਆਉਂਦੇ ਹੈਗੇ ਜਿਨ੍ਹਾਂ ਨੂੰ ਅਸੀਂ ਇਸ ਕੈਟਾਗਰੀ ਦੇ ਵਿੱਚ ਲੈ ਕੇ ਆਉਂਦੇ ਹਾਂ ਦਿਸ ਇਜ਼ ਨੋਨ ਐਜ਼ ਆਯੁਸ਼ AYUNSH here N also you have to include A stands for Ayurveda Y yoga U Unani then Siddha naturopathy and homeopathy ਆਯੁਰਵੈਦਿਕ ਮੈਡੀਸਿਨਸ ਹੁੰਦੀਆਂ ਯੋਗ ਸਾਡੇ ਕੋਲ ਹੋ ਗਿਆ ਯੂਨਾਨੀ ਕੁਛ ਅਰਕ ਲੋਕ ਕੱਢ ਕੇ ਉਹਨਾਂ ਨੂੰ ਉਹ ਕਰਦੇ ਆ ਸਿੱਧਾ ਸਾਡੇ ਕੋਲ ਸਿੱਧ ਯੋਗੀ ਹੁੰਦੇ ਆ ਜਿਹੜੇ ਯੋਗੀ ਪੀਰਾਂ ਦੇ ਕੋਲੇ ਵੀ ਕੁਛ ਨੁਸਖੇ ਹੁੰਦੇ ਹੈਗੇ ਦੈਨ ਨੈਚੁਰੋਪੈਥੀ ਅਸੀਂ ਨੇਚਰ ਤੋਂ ਜਿੰਨੇ ਵੀ ਸਾਡੇ ਕੋਲ ਉਹ ਹਰਬਸ ਹੋਗੇ ਉਹਨਾਂ ਨੂੰ ਲੈ ਕੇ ਜਦੋਂ ਆਪਣਾ ਉਹ ਕਰਦੇ ਹਾਂ ਹੋਮੋਪੈਥੀ ਤੁਸੀਂ ਮਿੱਠੀਆਂ ਗੋਲੀਆਂ ਖਾਂਦੇ ਹੋ ਜਿਹੜੀਆਂ ਤਾਂ ਸਾਡੇ ਕੋਲ ਆਯੁਸ਼ ਦੇ ਵਿੱਚ ਬਹੁਤ ਸਾਰੇ ਜਿਹੜੇ ਐਟ ਪ੍ਰੈਜ਼ੈਂਟ ਅਸੀਂ ਆਪਣੇ ਆਪ ਨੂੰ ਇੰਪਰੂਵ ਕੀਤਾ ਦੈਨ ਦੇਰ ਇਜ਼ ਅ ਰੂਰਲ ਅਰਬਨ ਐਂਡ ਰਿਚ ਐਂਡ ਪੂਅਰ ਡਿਵਾਈਡ ਰੂਰਲ ਏਰੀਆਜ਼ ਦੇ ਵਿੱਚ ਅਤੇ ਅਰਬਨ ਏਰੀਆਜ਼ ਦੇ ਵਿੱਚ ਬਹੁਤ ਗੈਪ ਹੈ ਸਾਡੇ ਕੋਲ ਬਹੁਤ ਸਾਰੇ ਜਿਹੜੇ ਫੈਸਿਲਿਟੀਜ਼ ਆ ਜਿਹੜੀਆਂ ਅਰਬਨ ਏਰੀਆਜ਼ ਦੇ ਵਿੱਚ ਅਵੇਲੇਬਲ ਹੈ ਵੇਅਰਐਜ਼ ਰੂਰਲ ਏਰੀਆਜ਼ ਦੇ ਵਿੱਚ ਸਾਡੇ ਕੋਲ ਉਹ ਅਵੇਲੇਬਲ ਹੀ ਨਹੀਂ ਹੈ ਰੂਰਲ ਏਰੀਆਜ਼ ਦੇ ਵਿੱਚ ਸਾਡੇ ਕੋਲ ਕੀ ਆਉਂਦੇ ਆ ਪ੍ਰਾਇਮਰੀ ਹੈਲਥ ਕੇਅਰ ਸੈਂਟਰਸ ਆ ਗਏ ਆ ਉਹਦੇ ਵਿੱਚ ਐਕਸਰੇਜ਼ ਬਲੱਡ ਟੈਸਟ ਵਗੈਰਾ ਸਾਡੇ ਕੋਲ ਆ ਜਾਂਦੇ ਆ ਬਟ ਰੂਰਲ ਏਰੀਆਜ਼ ਦੇ ਵਿੱਚ ਇਹਨਾਂ ਨੂੰ ਵੀ ਅਸੀਂ PHCs ਨੂੰ ਵੀ ਅਸੀਂ ਅਰਬਨ ਦੇ ਵਿੱਚ ਲੈ ਕੇ ਚੱਲਦੇ ਹਾਂ ਬਿਕੋਜ਼ CHCs ਆਰ ਦਾ ਪਾਰਟ ਆਫ ਦਾ ਰੂਰਲ ਏਰੀਆ ਤਾਂ ਉੱਥੇ ਉਹ ਅੱਗੇ ਰੈਫਰਲ ਦਾ ਕੰਮ ਕਰਦੇ ਆ ਤਾਂ ਉਹਨਾਂ ਕੋਲ ਇਹ ਫੈਸਿਲਿਟੀਜ਼ ਹੁੰਦੀਆਂ ਹੀ ਨਹੀਂ ਹੈਗੀਆਂ ਅਗਰ ਅਸੀਂ ਰੂਰਲ ਏਰੀਆਜ਼ ਦੇਖੀਏ ਤਾਂ ਉਹਨਾਂ ਕੋਲ ਸਪੈਸ਼ਲਾਈਜ਼ਡ ਕੇਅਰ ਸੱਚ ਐਸ ਪੈਡੀਆਟ੍ਰਿਕਸ ਗਾਇਨੋਲੋਜੀ ਐਨਸਥੀਸੀਆ ਐਂਡ ਓਬਸਟ੍ਰਿਕਸ ਸਾਡੇ ਕੋਲ ਇਹ ਫੈਸਿਲਿਟੀਜ਼ ਹੀ ਅਵੇਲੇਬਲ ਨਹੀਂ ਹੈ ਈਵਨ ਦੋ ਮੋਸਟ ਆਫ ਦਾ ਪੀਪਲ ਆਰ ਨਾਟ ਨੋਨ ਅਬਾਊਟ ਦੀਸ ਫੈਸਿਲਿਟੀਜ਼ ਉਹਨਾਂ ਨੂੰ ਪਤਾ ਹੀ ਨਹੀਂ ਨੌਲੇਜ ਹੀ ਨਹੀਂ ਇਹਨਾਂ ਦੀ ਸਾਡੇ ਕੋਲ 50,000 ਹਰ ਸਾਲ ਜਿਹੜੇ ਹੈਗੇ
ਮੈਡੀਕਲ ਗ੍ਰੈਜੂਏਟਸ ਜਿਹੜੇ ਪਾਸ ਆਊਟ ਹੁੰਦੇ ਉਹਨਾਂ ਦੇ ਵਿੱਚੋਂ 1/5 ਤਾਂ ਆਪਣੀ ਕੰਟਰੀ ਨੂੰ ਲੀਵ ਹੀ ਕਰ ਜਾਂਦੇ ਸੋ ਦੈਟ ਕਿ ਅਦਰ ਕੰਟਰੀਜ਼ ਦੇ ਵਿੱਚ ਉਹਨਾਂ ਨੂੰ ਬੈਟਰ ਫੈਸਿਲਿਟੀਜ਼ ਮਿਲ ਸਕਣ। ਐਂਡ ਕੁਛ ਜਿਹੜੇ ਪ੍ਰਾਈਵੇਟ ਹੋਸਪੀਟਲਸ ਦੇ ਵਿੱਚ ਚਲੇ ਜਾਂਦੇ ਆ ਜਿਹੜੇ ਅਰਬਨ ਏਰੀਆਜ਼ ਦੇ ਵਿੱਚ ਹੁੰਦੇ ਹੈਗੇ। ਰੂਰਲ ਏਰੀਆਜ਼ ਦੇ ਵਿੱਚ ਬਹੁਤ ਸ਼ਾਰਟੇਜ ਹੈ ਇਹਨਾਂ ਮੈਡੀਕਲ ਪ੍ਰੋਫੈਸ਼ਨਲਸ ਦੀ, ਮੈਡੀਕਲ ਪਰਸਨੈਲ ਦੀ। ਸਾਡੇ ਕੋਲ ਦਿਸ ਇਜ਼ ਅ ਬਿਟਰ ਟਰੂਥ ਕਿ ਜਿਹੜਾ ਰਿਚ ਪੀਪਲ ਹੈ ਉਹ ਜਸਟ 2% ਆਪਣੀ ਜਿਹੜੀ ਇਨਕਮ ਆਉਂਦੀ ਹੈ ਉਹ ਹੈਲਥ ਕੇਅਰ ਦੇ ਉੱਤੇ ਸਪੈਂਡ ਕਰਦੇ, ਵੇਅਰਐਜ਼ ਪੂਅਰ ਹੈ ਜਿਹੜੇ ਉਹ 12%। ਇਹ ਨਹੀਂ ਹੈਗਾ ਕਿ ਰਿਚ ਘੱਟ ਖਰਚਾ ਕਰਦੇ ਹੈ ਬਿਕੋਜ਼ ਦੇ ਆਰ ਹੈਵਿੰਗ ਮੋਰ ਇਨਕਮ ਐਜ਼ ਕੰਪੇਅਰ ਟੂ ਦਾ ਰੂਰਲ ਪੀਪਲ ਜਾਂ ਪੂਅਰ ਪੀਪਲ। ਤਾਂ ਉਹ ਆਪਣੀ ਅਗਰ ਜ਼ਿਆਦਾ ਇਨਕਮ ਦੇ ਵਿੱਚੋਂ ਜ਼ਿਆਦਾ ਖਰਚਾ ਵੀ ਕਰਦੇ ਆ ਦਿਸ ਇਜ਼ ਜਸਟ ਮੇਅਰਲੀ 2%। ਜਦ ਕਿ ਜਿਹੜੇ ਪੂਅਰ ਹੈ ਥੋੜ੍ਹੀ ਜਿਹੀ ਇਨਕਮ ਦੇ ਵਿੱਚੋਂ ਵੀ ਜ਼ਿਆਦਾ ਐਕਸਪੈਂਡੀਚਰ ਕਰ ਰਹੇ ਆ ਐਂਡ ਦਿਸ ਇਜ਼ 12% ਆਫ ਦੇਅਰ ਇਨਕਮ। ਇਟ ਇੰਪਲਾਈਂਗ ਦ ਡੈਟ ਟਰੈਪ ਆਫ ਦ ਪੂਅਰ। ਤਾਂ ਉੱਥੇ ਇਸੈਂਸ਼ੀਅਲ ਹੋ ਜਾਂਦਾ ਹੈ ਕਿ ਅਸੀਂ ਹੈਲਥ ਕੇਅਰ ਫੈਸਿਲਿਟੀਜ਼ ਨੂੰ ਇੰਪਰੂਵ ਕਰੀਏ। ਵੂਮੈਨਸ ਹੈਲਥ, ਦਿਸ ਇਜ਼ ਅ ਸੀਰੀਅਸ ਨਿਗਲੈਕਟ ਕਿ ਅਗਰ ਅਸੀਂ ਐਜੂਕੇਸ਼ਨ ਦੇਖਦੇ ਹਾਂ ਜਾਂ ਹੈਲਥ ਕੇਅਰ ਫੈਸਿਲਿਟੀਜ਼ ਦੇਖਦੇ ਹਾਂ ਤਾਂ ਮੋਰ ਦੈਨ 50% ਆਫ ਦ ਵੂਮੈਨ ਇਨ ਇੰਡੀਆ ਇਨ ਦ ਏਜ ਗਰੁੱਪ ਆਫ 15 to 49 years ਦੇ ਆਰ ਸਫਰਿੰਗ ਫਰੋਮ ਨਿਊਟ੍ਰੀਸ਼ਨਲ ਡੈਫੀਸ਼ੀਐਂਸੀ। ਦੁੱਧ ਦਾ ਗਿਲਾਸ ਹੈ ਮੁੰਡੇ ਨੂੰ ਦੇ ਦਿਓ, ਕੁੜੀ ਨੂੰ ਰਹਿਣ ਦਿਓ, ਠੀਕ ਹੈ। ਤਾਂ ਇਹ ਨਿਊਟ੍ਰੀਸ਼ਨਲ ਡੈਫੀਸ਼ੀਐਂਸੀਜ਼ ਹੀ ਆ ਜਾਂਦੀਆਂ ਸਾਡੇ ਕੋਲ ਕਿ ਬੈਟਰ ਹੈ ਜਿਹੜਾ ਉਹ ਮੇਲ ਲਈ ਦਿੱਤਾ ਜਾਂਦਾ ਹੈ, ਫੀਮੇਲ ਨੂੰ ਜੋ ਵੀ ਆ ਗਿਆ ਉਹਨਾਂ ਦੀ ਉੱਥੇ ਪੂਰਾ ਕੀਤਾ ਜਾਂਦਾ। ਫੀਮੇਲ ਫਿਊਟੀਸਾਈਡ ਕਾਮਨ ਪ੍ਰੈਕਟਿਸ ਹੈ, ਉਹਦੇ ਨਾਲ ਸਾਡੀ ਜਿਹੜੀ ਚਾਈਲਡ ਸੈਕਸ ਰੇਸ਼ੀਓ ਹੈ ਡਿਕਲਾਈਨ ਕਰ ਗਈ। 2001 ਦੇ ਵਿੱਚ ਇਟ ਵਾਜ਼ 927, ਨਾਓ ਇਟਸ 919। ਇਹਦੇ ਇਟ ਮੀਨਸ ਜਿਹੜੀ ਬਾਇਸਨੈਸ ਹੈ ਅਮੰਗ ਦ ਵੂਮੈਨ ਉਹਨੂੰ ਖ਼ਤਮ ਕਰਨਾ ਚਾਹੀਦਾ ਹੈ। ਅਗਰ ਇਸ ਚੀਜ਼ ਨੂੰ ਅਸੀਂ ਖ਼ਤਮ ਕਰਾਂਗੇ ਦੈਨ ਓਨਲੀ ਸਾਡੀ ਜਿਹੜੀ ਕੰਟਰੀ ਅਸੀਂ ਉਹਨੂੰ ਪ੍ਰੋਪਰਲੀ ਡਿਵੈਲਪ ਕਰ ਸਕਦੇ ਹਾਂ। ਥੈਂਕ ਯੂ।